Like the video, subscribe to the channel and press the bell icon for latest video updates. ਜਿਹੜਾ ਐਗਰੀਕਲਚਰ ਮਿਨਿਸਟਰ ਨੇ ਬਰੀਫਿੰਗ ਦਿੱਤੀ ਹੈ ਲਾਸਟ ਟਾਈਮ ਵੀ ਤੇ ਦੋ ਪਹਿਲੀ ਮੀਟਿੰਗ ਤੋਂ ਬਾਅਦ ਵੀ ਉਹਦੇ ਤੋਂ ਨਜ਼ਰ ਆਉਂਦਾ ਹੈ ਕਿ ਉਹ ਗਵਰਨਮੈਂਟ ਨੇ ਕਾਫੀ ਹੱਦ ਤੱਕ ਕਈ ਸਟੈਪ ਅੱਗੇ ਆਈ ਹੈ। ਗਵਰਨਮੈਂਟ ਐਗਰੀ ਹੋ ਗਈ ਹੈ, ਇਹਨਾਂ ਦੇ ਜਿੰਨੀਆਂ ਪ੍ਰੋਬਲਮਸ ਹੈ ਉਹਨਾਂ ਨੂੰ ਦੂਰ ਕਰਨ ਲਈ ਗਵਰਨਮੈਂਟ ਵੀ ਸੀਰੀਅਸਲੀ ਸੋਚਣ ਲੱਗ ਗਈ ਹੈ। ਜੇ ਸੋਚ ਰਹੀ ਹੈ ਗਵਰਨਮੈਂਟ ਤਾਂ ਮੰਨ ਜਾਣਾ ਚਾਹੀਦਾ। ਜੇ ਅਸੀਂ ਕਹੀਏ ਕਿ ਹੁਣ ਡਰੀ ਹੋਈ ਆ ਜਮਾਂ ਹੀ ਭਜਾ ਲਓ, ਹੁਣ ਤਾਂ ਅਸੀਂ ਅੜੀ ਰੱਖਣੀ ਹੈ ਕਿ ਤਿੰਨੇ ਵਾਪਸ ਲਓ, ਵਾਪਸ ਲੈ ਕੇ ਮੁੜ ਕੇ ਨਵੇਂ ਲਾਅ ਬਣਾ ਲਈਓ, ਇਹ ਫਿਰ ਫਾਰਮਰਸ ਦਾ ਨੁਕਸਾਨ ਹੋਊਗਾ। ਦੋਸਤੋ, ਜਿਵੇਂ ਤੁਹਾਨੂੰ ਪਤਾ ਹੈਗਾ ਕਿਸਾਨੀ ਸੰਘਰਸ਼ ਕਲਾਈਮੈਕਸ ਵੱਲ ਵੱਧ ਰਿਹਾ ਹੈਗਾ। ਪਰਸੋਂ ਨੂੰ ਮਤਲਬ 9 ਦਸੰਬਰ ਨੂੰ ਕਿਸਾਨ ਯੂਨੀਅਨਾਂ ਤੇ ਮੰਤਰੀਆਂ ਵਿਚਾਲੇ ਮੀਟਿੰਗ ਹੈ। ਆਸ ਕਰਦੇ ਕੋਈ ਨਾ ਕੋਈ ਕੰਕਰੀਟ ਫੈਸਲਾ ਆਏਗਾ। ਦੂਸਰਾ, ਕੱਲ 8 ਦਸੰਬਰ ਨੂੰ ਭਾਰਤ ਬੰਦ ਦੀ ਕਾਲ ਵੀ ਹੈਗੀ ਆ ਕਿਸਾਨ ਜਥੇਬੰਦੀਆਂ ਵੱਲੋਂ, ਤੇ ਆਲ ਇੰਡੀਆ ਟਰਾਂਸਪੋਰਟ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਉਹਦੇ ਵੱਲੋਂ ਵੀ ਜਿਹੜਾ ਟਰੱਕ ਵਗੈਰਾ ਦਾ ਚੱਕਾ ਜਾਮ ਹੋਣਾ ਹੈਗਾ। ਤੀਸਰਾ, ਸੁਖਬੀਰ ਬਾਦਲ ਜੀ ਨੇ ਮੋਦੀ ਸਰਕਾਰ ਵੇਲੇ ਪਹਿਲਾਂ ਤੇ ਆਸ ਕੀਤੀ ਜਾਂਦੀ ਸੀ ਵੀ ਹੋ ਸਕਦਾ ਅਕਾਲੀ ਦਲ ਮੁੜ ਕੇ ਐਨਡੀਏ ਵਿੱਚ ਫਿਰ ਮਰਜ ਹੋ ਜਾਵੇ, ਕਿਉਂਕਿ ਡਿਫਰੈਂਸਸ ਪੋਲੀਟੀਕਲ ਪਾਰਟੀਆਂ ਵਿੱਚ ਆਉਂਦੇ ਰਹਿੰਦੇ ਹੈਗੇ। ਹੁਣ ਉਹਨਾਂ ਨੇ ਡਟ ਕੇ ਮੋਦੀ ਗਵਰਨਮੈਂਟ ਖਿਲਾਫ ਮੋਰਚਾ ਖੋਲ੍ਹਿਆ ਹੈਗਾ। ਵੱਖ-ਵੱਖ ਰੀਜਨਲ ਪੋਲੀਟੀਕਲ ਪਾਰਟੀਆਂ ਹੈਗੀਆਂ, ਜਿਵੇਂ ਮਮਤਾ ਬੈਨਰਜੀ ਹੈ, ਸ਼ਿਵ ਸੈਨਾ ਜਾਂ ਹੋਰ ਪਾਰਟੀਆਂ ਨੂੰ ਸੰਪਰਕ ਕਰਕੇ ਇੱਕ ਨੈਸ਼ਨਲ ਅਲਾਇੰਸ ਬਣਾਉਣੇ ਦੀ ਕੋਸ਼ਿਸ਼ ਕਰ ਰਹੇ ਹੈਗੇ। ਟਾਂਡਾ ਸਾਹਿਬ ਨਾਲ ਸਾਡੇ ਨਾਲ ਆਨਲਾਈਨ ਲੁਧਿਆਣਾ ਤੋਂ ਜੁੜੇ ਨੇ ਸ਼੍ਰੀ ਹਰੀਸ਼ ਰਾਏ ਟਾਂਡਾ ਜੀ, ਸਾਬਕਾ ਐਮਐਲਏ ਨੇ, ਬੜੇ ਰਿਪਿਊਟਡ ਵਕੀਲ ਨੇ, ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਵੀ ਰਹਿ ਚੁੱਕੇ ਹੈਗੇ ਆ, ਪ੍ਰੈਜ਼ੀਡੈਂਟ। ਟਾਂਡਾ ਸਾਹਿਬ, ਸਾਡੇ ਪ੍ਰੋਗਰਾਮ ਵਿੱਚ ਸਵਾਗਤ ਹੈਗਾ। ਤੁਸੀਂ ਜਿਹੜਾ ਕਿਸਾਨੀ ਸਟਰਗਲ ਦੀਆਂ ਸਾਰੀਆਂ ਮੀਟਿੰਗ ਦੇਖੀਆਂ, ਫੇਜ਼ਸ ਦੇਖੀਆਂ, ਕੱਲ ਦੇ ਵੀ ਤੁਸੀਂ ਦੇਖਿਆ ਹੈਗਾ ਕਿ ਕਿਵੇਂ ਡਰਾਮਾ ਹੁੰਦਾ ਰਿਹਾ ਹੈਗਾ। ਕੀ ਤੁਹਾਡਾ ਵਿਊ ਹੈਗਾ, ਕਿਵੇਂ ਹੁਣ ਇਹ ਕੁਛ ਨਿਪਰੇ ਚੜੇਗਾ ਕਿ ਜਾਂ ਫਿਰ ਸਰਕਾਰਾਂ ਤੇ ਕਿਸਾਨ ਯੂਨੀਅਨ ਦੀ ਕਸ਼ਮਕਸ਼ 'ਚ ਏਦਾਂ ਹੀ ਸਿਸਟਮ ਫਸਿਆ ਰਹੇਗਾ? ਪਰ ਸਭ ਅੰਦਰਲੀ ਕੀ ਰਿਐਲਿਟੀ ਹੈ ਉਹ ਤਾਂ ਮੈਨੂੰ ਪਤਾ ਨਹੀਂ ਹੈ, ਉਨਾ ਕੀ ਨੌਲੇਜ ਹੈ ਜਿੰਨੀ ਮੀਡੀਆ ਤੋਂ ਤੁਹਾਨੂੰ ਨੌਲੇਜ ਹੈ। ਪਰ ਇੱਕ ਚੀਜ਼ ਬੜੀ ਕਲੀਅਰ ਹੈ ਕਿ ਗਵਰਨਮੈਂਟ ਆਫ ਇੰਡੀਆ ਅਰਨੈਸਟਲੀ ਬੈਠੀ ਹੈ। ਉਹਨਾਂ ਨੇ ਹਰ ਮੀਟਿੰਗ ਦੇ ਵਿੱਚ ਇਹਨਾਂ ਨੂੰ ਪਰਸੂਏਡ ਕਰਕੇ ਕਿਸਾਨ ਯੂਨੀਅਨਸ ਤੋਂ ਇਹਨਾਂ ਦੀਆਂ ਪ੍ਰੋਬਲਮਸ, ਜਿਹਨਾਂ ਦੇ ਖਦਸ਼ੇ ਲੈ ਕੇ ਉਹਨੂੰ ਰਿਜ਼ੋਲਵ ਕਰਨ ਲਈ ਪੋਜ਼ਿਟਿਵ ਰੋਲ ਹੈ ਜੋ ਮੈਨੂੰ ਨਜ਼ਰ ਆ ਰਿਹਾ। ਪਰ ਨਾਲ ਦੀ ਨਾਲ ਬੜਾ ਸਟਿਫ ਐਟੀਟਿਊਡ ਨਜ਼ਰ ਆ ਰਿਹਾ ਫਾਰਮਰਸ ਦਾ। ਉਹਨਾਂ ਦਾ ਜਿਹੜਾ ਐਂਡ ਦੇ ਵਿੱਚ ਬੈਠਣਾ ਯੈਸ ਨੋ, ਫਿਰ ਉਹਨਾਂ ਨੇ ਮੌਨ ਧਾਰਨ ਕਰਨਾ, ਉਹਦੇ ਤੋਂ ਇਹ ਹੈ ਕਿ ਉਹ ਹਲੇ ਵੀ ਡਿਟਰਮਿੰਡ ਹੈ ਕਿ ਤਿੰਨੇ ਐਕਟ ਵਾਪਸ ਲਓ, ਇਦੋਂ ਘੱਟ ਅਸੀਂ ਮੰਨਣਾ ਹੀ ਨਹੀਂ। ਜੇ ਇਦੋਂ ਘੱਟ ਮੰਨਣਾ ਹੀ ਨਹੀਂ ਫਿਰ ਤਾਂ ਨੈਗੋਸ਼ੀਏਸ਼ਨ ਦਾ ਕੋਈ ਪਰਪਸ ਹੀ ਨਹੀਂ ਰਹਿ ਗਿਆ। ਮੈਂ ਸਮਝਦਾ ਕਿ ਫਾਰਮਰਸ ਨੂੰ ਵੀ ਕੁਛ ਨਾ ਕੁਛ ਫਲੈਕਸੀਬਿਲਿਟੀ ਦਿਖਾਣੀ ਚਾਹੀਦੀ ਹੈ। ਇਹਨਾਂ ਦੇ ਜੇ ਇਸ਼ੂਜ਼ ਰਿਜ਼ੋਲਵ ਹੋ ਜਾਂਦੇ ਹੈ ਤਾਂ ਐਕਟ ਵਾਪਸ ਹੋਵੇ ਜਾਂ ਅਮੈਂਡਮੈਂਟ ਹੋਣੇ ਕੋਈ ਐਡੀ ਗੱਲ ਨਹੀਂ ਹੈ। ਜੇ ਤੁਹਾਡੇ ਇਸ਼ੂਜ਼ ਰਿਜ਼ੋਲਵਡ ਹੈ, ਇਸ਼ੂਜ਼ ਨਹੀਂ ਰਿਜ਼ੋਲਵਡ ਹੁੰਦੇ ਫਿਰ ਪ੍ਰੋਬਲਮ ਹੈ। ਪਰ ਜਿੰਨੀਆਂ ਮੈਨੂੰ ਗੱਲਾਂ ਆਉਂਦੀਆਂ ਇਸ਼ੂਜ਼ ਤਾਂ ਜਿੰਨੇ ਇਹਨਾਂ ਦੇ ਸੀਗੇ ਉਹ ਰਿਜ਼ੋਲਵ ਹੁੰਦੇ ਨਜ਼ਰ ਆ ਰਹੇ ਹੈ। ਉਦੋਂ ਵੱਧ ਇਸ਼ੂਜ਼ ਵੀ ਇਹਨਾਂ ਨੇ ਰੇਜ਼ ਕਰ ਲਏ, ਉਹ ਵੀ ਰਿਜ਼ੋਲਵ ਹੁੰਦੇ ਨਜ਼ਰ ਆ ਰਹੇ ਹੈ। ਤੇ ਹੁਣ ਫਾਰਮਰਸ ਨੂੰ ਕਿਤੇ ਇਹ ਇੰਪ੍ਰੈਸ਼ਨ ਬਾਹਰ ਨਾ ਚਲੇ ਜਾਵੇ ਕਿ ਇਹਨਾਂ ਨੇ ਬੜਾ ਸਟਿਫ ਐਟੀਟਿਊਡ ਰੱਖਿਆ ਹੈ, ਕਿਉਂਕਿ ਜਿਹੜੀ ਪਬਲਿਕ ਸਿੰਪਥੀ ਅੱਜ ਫਾਰਮਰ ਦੇ ਨਾਲ ਉਹ ਖੋਣੀ ਨਹੀਂ ਚਾਹੀਦੀ। ਹਾਂ, ਇਹਦੇ ਵਿੱਚ ਟਾਂਡਾ ਸਾਹਿਬ ਬੜਾ ਤੁਹਾਡੀ ਗੱਲ ਵਿੱਚ ਲੌਜਿਕ ਹੈਗਾ ਵੀ ਦੇਖੋ ਸਰਕਾਰ ਨੇ ਚਲੋ ਇਹ ਚਾਹੇ ਸਹੀ ਬਣੇ ਚਾਹੇ ਗਲਤ ਬਣੇ ਕਾਨੂੰਨ ਬਣਾ ਲਏ ਹੈਗੇ ਆ, ਉਹ ਜੇ ਸਕ੍ਰੈਪ ਕਰੇਗੀ ਤਾਂ ਇਹ ਫਿਰ ਇੱਕ ਮਤਲਬ ਮੇਰੇ ਖਿਆਲ ਸ਼ਾਇਦ ਹਿਸਟਰੀ ਵਿੱਚ ਇੰਡੀਆ ਦੀ ਜੇ ਇਸ ਤਰ੍ਹਾਂ ਹੋਏਗਾ। ਜੇ ਸਰਕਾਰ ਅਮੈਂਡ ਕਰ ਦੇਵੇ ਜੋ ਕਿਸਾਨਾਂ ਦੀ ਰਿਕੁਆਇਰਮੈਂਟ ਹੈਗੀ, ਉਹਨਾਂ ਦਾ ਪਰਪਸ ਸੋਲਵ ਹੋ ਜਾਏ, ਦੋਨੋਂ ਧਿਰਾਂ ਦਾ ਜਿਹੜਾ ਹੈਗਾ ਜਾਣੀ ਮਤਲਬ ਇੱਕ ਕਿਸਮ ਦਾ ਫੇਸ ਸੇਵਿੰਗ ਵੀ ਹੋ ਜਾਂਦੀ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਆਈ ਐਗਰੀ ਵਿਦ ਯੂ। ਦੇਖੋ ਹੁੰਦਾ ਹੀ ਕੀ ਹੈ, ਸਟੇਟਸਮੈਨਸ਼ਿਪ ਕੀ ਹੁੰਦੀ ਹੈ ਕਿ ਤੁਸੀਂ ਡਿਮਾਂਡਸ ਤਾਂ ਬਹੁਤ ਰੇਜ਼ ਕਰਦੇ ਹੋ, ਅਲਟੀਮੇਟਲੀ ਜਿਹੜੀਆਂ ਤੁਹਾਨੂੰ ਲੱਗਦਾ ਹੈ ਕਿ ਜ਼ਿਆਦਾ ਇੰਪੋਰਟੈਂਟ ਹੈ ਤੁਸੀਂ ਉਹ ਮਨਵਾ ਲੈਂਦੇ ਹੋ, ਤੁਹਾਡੀ ਜਿੱਤ ਹੋ ਜਾਂਦੀ ਹੈ। ਹੁਣ ਇਹ ਲਾਅਸ ਦੇ ਵਿੱਚ ਜਿਹੜੀ ਸਭ ਤੋਂ ਵੱਧ ਫਾਰਮਰਸ ਨੂੰ ਨਜ਼ਰ ਆਉਂਦੀ ਸੀ ਐਮਐਸਪੀ ਦੀ ਗੱਲ, ਉਹ ਗਵਰਨਮੈਂਟ ਬਾਰ-ਬਾਰ ਕਹਿ ਰਹੀ ਹੈ ਕਿ ਅਸੀਂ ਤਿਆਰ ਹਾਂ ਕਰਨ ਲਈ। ਫਿਰ ਇਹਨਾਂ ਦਾ ਆਇਆ ਕਿ ਪੈਰਲਲ ਮੰਡੀਆਂ ਦੇ ਟੈਕਸ ਪੈਰਲਲ ਕਰ ਦਿਓ। ਚਲੋ ਇਰਰਿਸਪੈਕਟਿਵ, ਮੈਂ ਤਾਂ ਇਹਦੇ ਤੇ ਡਿਬੇਟ ਕਰਦਾ ਕਿ ਫਾਰਮਰਸ ਦੇ ਹਿੱਤ 'ਚ ਹੈ ਕਿ ਨਹੀਂ। ਚਲੋ ਫਾਰਮਰ ਚਾਹੁੰਦੇ ਆ ਕਿ ਟੈਕਸ ਲੱਗੇ, ਪਰ ਇੱਕ ਸਾਈਡ ਤੇ ਫੇਰ ਚੜ ਲੈਂਦੇ ਆਪਾਂ, ਉਹ ਟੈਕਸ ਲਵਾਉਣਾ ਚਾਹੁੰਦੇ ਆ ਆਪਣੀ ਪ੍ਰੋਡਿਊਸ ਤੇ ਪ੍ਰਾਈਵੇਟ ਮੰਡੀ ਦੇ ਵਿੱਚ ਲਾ ਲੈਂਦੇ ਹੋ। ਜੇ ਉਹ ਚਾਹੁੰਦੇ ਆ ਕਿ ਕੋਈ ਐਮਐਸਪੀ ਤੋਂ ਨੀਚੇ ਨਾ ਲਵੇ, ਉਹ ਵੀ ਗਵਰਨਮੈਂਟ ਐਗਰੀ ਕਰਨ ਨੂੰ ਤਿਆਰ ਹੈ। ਫਾਰਮਰ ਇਹ ਚਾਹੁੰਦੇ ਆ ਕਿ ਪੈਨ ਕਾਰਡ ਕੱਲਾ ਨਾ ਹੋਵੇ, ਰਜਿਸਟਰ ਹੋਣ, ਗਵਰਨਮੈਂਟ ਉਹਦੇ ਲਈ ਵੀ ਤਿਆਰ ਹੋ ਗਈ, ਕਿਹੜੇ ਪਰਚੇਜ਼ਰ ਹੋਣਗੇ, ਵਪਾਰੀ ਉਹ ਰਜਿਸਟਰ ਹੋਣਗੇ। ਫਿਰ ਇਹ ਕਹਿੰਦੇ ਆ ਕਿ ਸਾਨੂੰ ਐਸਡੀਐਮ ਤੋਂ ਕੋਰਟਸ 'ਚ ਲੈ ਲਓ, ਗਵਰਨਮੈਂਟ ਉਹਦੇ ਤੇ ਵੀ ਮੰਨ ਗਈ ਕੋਰਟਸ 'ਚ ਲੈ ਜਾਓ।
ਫਿਰ ਇਹ ਕਹਿੰਦੇ ਆ ਕਿ ਜਿਹੜੀ ਪਰਾਲੀ ਵਾਲਾ ਲਾਅ ਹੈ ਉਹਨੂੰ ਵੀ ਮੁੜ ਵਿਚਾਰੋ, ਉਹਦੇ ਤੇ ਵੀ ਮੁੜ ਵਿਚਾਰਨ ਲਈ ਤਿਆਰ ਹੋ ਗਏ। ਫਿਰ ਇਹ ਕਹਿੰਦੇ ਆ ਜਿਹੜਾ ਬਿਜਲੀ ਦਾ ਬਿੱਲ ਆਣਾ ਹੈ ਉਹਨੂੰ ਵੀ ਮੁੜ ਵਿਚਾਰੋ, ਉਹਦੇ ਤੇ ਵੀ ਮੁੜ ਵਿਚਾਰਨ ਲਈ ਤਿਆਰ ਹੋ ਗਏ। ਫਿਰ ਰਹਿ ਕੀ ਗਿਆ? ਜਿਹੜੇ ਮੇਜਰ ਇਸ਼ੂਜ਼ ਹੈ ਉਹ ਰਿਜ਼ੋਲਵ ਜੇ ਹੁੰਦੇ ਆ ਕਰ ਲੈਣਾ ਚਾਹੀਦਾ ਹੈ। ਦੇਖੋ ਫਾਰਮਰ ਦੇ ਹਿੱਤ ਚ ਵੀ ਨਹੀਂ ਐਜੀਟੇਸ਼ਨ ਸੜਕ ਤੇ ਬੈਠਣਾ, ਇਹ ਕੋਈ ਔਖਾ ਨਹੀਂ, ਬਹੁਤ ਔਖਾ ਕੰਮ ਹੈ, ਸੌਖਾ ਨਹੀਂ ਹੈ। ਬੜੀ ਠੰਡ ਦੇ ਮੌਕੇ ਦੇ ਵਿੱਚ ਬਜ਼ੁਰਗ ਹੈ, ਬੱਚੇ ਹੈ, ਈਵਨ ਨੌਜਵਾਨਾਂ ਲਈ ਵੀ ਕਿਹੜਾ ਇਹ ਬਹਿਣਾ ਇਸ ਠੰਡ ਦੇ ਵਿੱਚ ਬਾਹਰ ਓਪਨ ਚ ਬਹਿਣਾ, ਇਟਸ ਨਾਟ ਈਜ਼ੀ ਥਿੰਗ। ਐਂਡ ਪਬਲਿਕ ਅੱਜ ਨਾਲ ਹੈ ਤੁਹਾਡੇ, ਤੇ ਤੁਸੀਂ ਜੇ ਜ਼ਿਆਦਾ ਲੰਬਾ ਕਰਦੇ ਹੋ, ਦਿੱਲੀ ਦੀ ਪਬਲਿਕ ਘਿਰ ਜਾਂਦੀ ਹੈ, ਉਹਨਾਂ ਨੂੰ ਐਸੈਂਸ਼ੀਅਲ ਕਮੋਡਿਟੀਜ਼ ਦੀ ਥੋੜ ਪੈਂਦੀ ਹੈ, ਫਿਰ ਕੁਝ ਹੋਰ ਰੰਗਤ ਵਾਲੇ ਪਾਸੇ ਜਾਊਗੀ ਐਜੀਟੇਸ਼ਨ, ਉਹਨੂੰ ਅਵੋਇਡ ਕਰਨਾ ਚਾਹੀਦਾ ਹੈ। ਇੱਥੇ ਮੈਚਿਓਰਿਟੀ ਦੇਖੋ, ਫਾਰਮ ਯੂਨੀਅਨਸ ਨੂੰ ਵੀ ਆਪਸ ਚ ਬੈਠ ਕੇ ਹੱਲ ਕਰ ਲੈਣਾ ਚਾਹੀਦਾ ਪਹਿਲਾਂ, ਜਾਣ ਤੋਂ ਪਹਿਲਾਂ, ਕਿ ਕਿੱਥੇ ਤੱਕ ਉਹ ਇਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਸਟ੍ਰੈਚ ਕਰਨਾ ਚਾਹੁੰਦੇ ਆ, ਉਸ ਤੋਂ ਬਿਯੋਂਡ ਸਟ੍ਰੈਚ ਨਹੀਂ ਕਰਨਾ ਚਾਹੀਦਾ। ਫਿਰ ਇਹ ਬ੍ਰੇਕ ਹੋ ਜਾਊਗੀ, ਬ੍ਰੇਕ ਹੋਊਗੀ ਤਾਂ ਸਭ ਦਾ ਨੁਕਸਾਨ ਹੈ, ਪਬਲਿਕ ਦਾ ਵੀ ਨੁਕਸਾਨ ਹੈ, ਫਾਰਮਰ ਦਾ ਵੀ ਨੁਕਸਾਨ ਹੈ, ਗਵਰਨਮੈਂਟ ਆਫ ਇੰਡੀਆ ਦਾ ਵੀ ਨੁਕਸਾਨ ਹੈ, ਜਾਨੀ ਨੁਕਸਾਨ ਵੀ ਹੋ ਸਕਦੇ ਆਉਣ ਵਾਲੇ ਸਮੇਂ 'ਚ। ਸੋ ਇਹਦੇ ਤੋਂ ਅਵੋਇਡੈਂਸ ਕਰਨੀ ਚਾਹੀਦੀ ਹੈ। ਬਿਲਕੁਲ ਬਿਲਕੁਲ। ਇਹਦੇ ਬਾਰੇ ਟਾਂਡਾ ਸਾਹਿਬ ਦੋ ਸਵਾਲ ਪੁੱਛਣਾ ਚਾਹੁੰਦਾ ਹੈਗਾ। ਇੱਕ ਤਾਂ ਗਵਰਨਮੈਂਟ ਪੁਆਇੰਟ ਆਫ ਵਿਊ ਨਾਲ, ਜਿਹੜਾ ਖਾਸ ਤੌਰ ਤੇ ਜਦੋਂ ਇਹ 2 ਮਹੀਨੇ ਪਹਿਲਾਂ ਇੱਥੇ ਬੈਠੇ ਸੀ ਰੇਲ ਗੱਡੀਆਂ, ਰੇਲ ਪਟੜੀਆਂ ਤੇ ਜਾਂ ਸੜਕਾਂ ਤੇ, ਉਦੋਂ ਮੈਂ ਜਿੰਨੇ ਕੁ ਇੰਟਰਵਿਊ ਕੀਤੇ ਹੈਗੇ ਜਾਂ ਪ੍ਰੋਗਰਾਮ ਕੀਤੇ, ਉਦੋਂ ਮੈਨੂੰ ਜੋ ਲੱਗਾ ਫੀਲ ਹੋਇਆ ਉਹ MSP ਦੀ ਮੇਨ ਡਿਮਾਂਡ ਸੀ। ਜੇ ਸਰਕਾਰ ਉਦੋਂ ਇਹਨਾਂ ਨੂੰ ਕੰਟੈਕਟ ਕਰਕੇ MSP ਉਹ ਕਹਿੰਦੇ ਸੀ ਲਿਖਤੀ ਰੂਪ ਵਿੱਚ ਸਾਨੂੰ ਦੇ ਦਿੱਤੀ ਜਾਵੇ, ਤੇ ਉਦੋਂ ਹੀ ਇਹੋ ਸੋਲਵ ਹੋ ਜਾਣਾ ਸੀ। ਇਹਦੇ ਵਿੱਚ ਸਰਕਾਰ ਨੇ ਖਾਸ ਤੌਰ ਤੇ ਮੋਦੀ ਸਰਕਾਰ ਦੇ ਮੰਤਰੀ ਨੂੰ ਇਹਦੇ ਵਿੱਚ ਉਸੇ ਵੇਲੇ ਸੋਲਵ ਕਰਨਾ ਚਾਹੀਦਾ ਸੀ। ਇਹਦੇ ਬਾਰੇ ਕੀ ਵਿਚਾਰ ਆ? ਇੱਕੋ ਇਸ਼ੂ ਤੇ ਮੇਰੇ ਖਿਆਲ ਸੋਲਵ ਹੋ ਜਾਣਾ, ਨਾਲ ਇਹਨਾਂ ਦੇ ਚਾਕੇ ਵੀ ਦੂਰ ਹੋ ਜਾਣੇ ਸੀ। ਜੇ ਆਰਡੀਨੈਂਸ ਦੇ ਸਮੇਂ ਗਵਰਨਮੈਂਟ ਆਫ ਇੰਡੀਆ ਇਹਨਾਂ ਨੂੰ ਨੈਗੋਸ਼ੀਏਸ਼ਨ ਤੇ ਬੁਲਾ ਲੈਂਦੀ ਤਾਂ 2 ਘੰਟੇ 'ਚ ਹੱਲ ਹੋ ਜਾਣਾ ਸੀ। ਬਿਲਕੁਲ ਬਿਲਕੁਲ ਠੀਕ। ਗਵਰਨਮੈਂਟ ਆਫ ਇੰਡੀਆ ਨੇ ਮੈਚੁਰਿਟੀ ਨਹੀਂ ਦਿਖਾਈ। ਆਪਾਂ ਤਾਂ ਪਹਿਲਾਂ ਵੀ ਇਹੀ ਡਿਸਕਸ ਕਰਦੇ ਰਹੇ, ਕਿੰਨੀ ਵਾਰ ਆਪਾਂ ਡਿਬੇਟਸ ਕੀਤਾ ਕਿ ਬੁਲਾ ਲੈਣਾ ਚਾਹੀਦਾ, ਗੱਲ ਕਰ ਲੈਣੀ ਚਾਹੀਦੀ ਹੈ। ਪਰ ਹੁਣ ਜਿਸ ਢੰਗ ਦੇ ਨਾਲ ਫਾਰਮਰਸ ਪਹੁੰਚੇ ਹੈ ਬੈਰੀਅਰ ਤੋੜ ਕੇ, ਹੁਣ ਇਹਨਾਂ ਦੇ ਵਿੱਚ ਵੀ ਮੈਨੂੰ ਲੱਗਦਾ ਹੈ ਜਿਹੜੀ ਅੰਦਰੋਂ ਫੀਲਿੰਗ ਹੈ ਉਹ ਬੜੀ ਤਕੜੇ ਦੀ, ਵਿਕਟਰੀ ਦੀ, ਐਂ ਲੱਗਦਾ ਇਹਨਾਂ ਨੂੰ ਕਿ ਅਸੀਂ ਡੋਮੀਨੈਂਟ ਪੋਜੀਸ਼ਨ 'ਚ ਆ ਗਏ ਹਾਂ। ਸੋ ਇਹਨਾਂ ਨੂੰ ਵੀ ਇਹ ਸਮਝ ਕੇ, ਜਿਵੇਂ ਗਵਰਨਮੈਂਟ ਪਹਿਲਾਂ ਸਮਝਦੀ ਸੀ ਅਸੀਂ ਡੋਮੀਨੈਂਟ ਪੋਜੀਸ਼ਨ 'ਚ ਗੱਲ ਨਹੀਂ ਸੀ ਕਰਦੀ, ਹੁਣ ਉਸੇ ਤਰ੍ਹਾਂ ਫਾਰਮਰ ਡੋਮੀਨੈਂਟ ਪੋਜੀਸ਼ਨ ਸਮਝ ਕੇ ਵੀ ਜ਼ਿਆਦਾ ਇਹਦੇ 'ਚ ਟਕਰਾਵ ਨਹੀਂ ਕਰਨਾ ਚਾਹੀਦਾ, ਲੀਨੀਅੰਸੀ ਦਿਖਾਣੀ ਚਾਹੀਦੀ ਹੈ, ਨਰਮੀ ਦਿਖਾਣੀ ਚਾਹੀਦੀ ਹੈ, ਐਗਰੀ ਕਰ ਲੈਣਾ ਚਾਹੀਦਾ। ਜਿੱਥੇ ਤੁਹਾਡਾ ਮਸਲਾ ਹੱਲ ਹੋ ਜਾਵੇ ਉਹ ਜਿੱਤ ਹੋਊਗੀ ਫਾਰਮਰਸ ਦੀ, ਇਹਦੇ ਵਿੱਚ ਪੂਰੀ ਕੰਟਰੀ ਦੇ ਵਿੱਚ ਜਿੱਤ ਹੋਊਗੀ ਫਾਰਮਰਸ ਦੀ। ਇਹਨਾਂ ਨੂੰ ਮੰਨ ਲੈਣਾ ਚਾਹੀਦਾ ਜਿੱਥੇ ਰੀਜ਼ਨੇਬਲਨੈਸ ਹੋਵੇ। ਇੱਕ ਜਿਹੜਾ ਗਵਰਨਮੈਂਟ ਦੇ ਵੱਖ-ਵੱਖ ਚੈਨਲਾਂ ਤੋਂ ਥੋੜੇ ਫੀਲਰਸ ਆਉਂਦੇ ਹੈਗੇ, ਸਟੇਟਮੈਂਟਸ ਆਉਂਦੀਆਂ, ਗਵਰਨਮੈਂਟ ਈਵਨ ਕੁਝ ਚੈਨਲਾਂ ਦੇ ਮੈਂ ਦੇਖੇ ਹੈਗੇ ਆ, ਉਹ ਕਹਿੰਦੇ ਵੀ ਸਰਕਾਰ ਨੇ ਹੁਣ ਤੋਂ ਇਹਨਾਂ ਨੂੰ ਫੀਲਰ ਭੇਜਣੇ ਸ਼ੁਰੂ ਕਰ ਦਿੱਤੇ ਹੈਗੇ ਵੀ ਅਸੀਂ ਤੁਹਾਡੀਆਂ ਜੋ ਰੀਜ਼ਨੇਬਲ ਜਿਹੜੀਆਂ ਅਮੈਂਡਮੈਂਟਸ ਉਹ ਅਸੀਂ ਸਾਰੀਆਂ ਕਰਨੇ ਤਿਆਰ ਆ, ਨਾਟ ਸਕ੍ਰੈਪਿੰਗ ਦਾ ਲਾ। ਉਹਦੇ ਨਾਲ ਇੱਕ ਗਲਤ ਪ੍ਰੈਸੀਡੈਂਸ ਜਾਏਗਾ। ਇਹਦੇ ਲਈ ਜਿਵੇਂ ਤੁਸੀਂ ਕਿਹਾ ਫਾਰਮ ਯੂਨੀਅਨ ਨੂੰ ਮੇਰੇ ਖਿਆਲ ਸ਼ਾਇਦ ਮੈਂਟਲੀ ਸਰਕਾਰ ਪ੍ਰਿਪੇਅਰ ਕਰਨੇ ਦੀ ਕੋਸ਼ਿਸ਼ ਕਰ ਰਹੀ ਹੈਗੀ, ਜਦੋਂ ਹੁਣ ਨੈਗੋਸੀਏਸ਼ਨ ਟੇਬਲ ਤੇ ਆਉਣ 9 ਤਰੀਕ ਨੂੰ। ਨਹੀਂ, ਗਵਰਨਮੈਂਟ ਰਾਈਟ ਹੈ। ਦੇਖੋ ਜਿਹੜਾ ਐਗਰੀਕਲਚਰ ਮਿਨਿਸਟਰ ਨੇ ਬਰੀਫਿੰਗ ਦਿੱਤੀ ਹੈ ਲਾਸਟ ਟਾਈਮ ਵੀ ਤੇ ਇਦੋਂ ਪਹਿਲੀ ਮੀਟਿੰਗ ਤੋਂ ਬਾਅਦ ਵੀ, ਉਹਦੇ ਤੋਂ ਨਜ਼ਰ ਆਉਂਦਾ ਹੈ ਕਿ ਉਹ ਗਵਰਨਮੈਂਟ ਨੇ ਕਾਫੀ ਹੱਦ ਤੱਕ ਕਈ ਸਟੈਪ ਅੱਗੇ ਆਈ ਹੈ। ਗਵਰਨਮੈਂਟ ਐਗਰੀ ਹੋ ਗਈ ਹੈ, ਇਹਨਾਂ ਦੇ ਜਿੰਨੀਆਂ ਪ੍ਰੋਬਲਮਸ ਹੈ ਉਹਨਾਂ ਨੂੰ ਦੂਰ ਕਰਨ ਲਈ ਗਵਰਨਮੈਂਟ ਵੀ ਸੀਰੀਅਸਲੀ ਸੋਚਣ ਲੱਗ ਗਈ ਹੈ। ਜੇ ਸੋਚ ਰਹੀ ਹੈ ਗਵਰਨਮੈਂਟ ਤਾਂ ਮੰਨ ਜਾਣਾ ਚਾਹੀਦਾ। ਜੇ ਅਸੀਂ ਕਹੀਏ ਕਿ ਹੁਣ ਡਰੀ ਹੋਈ ਆ ਜਮਾਂ ਹੀ ਭਜਾ ਲਓ, ਹੁਣ ਤਾਂ ਅਸੀਂ ਅੜੀ ਰੱਖਣੀ ਹੈ ਕਿ ਤਿੰਨੇ ਵਾਪਸ ਲਓ, ਵਾਪਸ ਲੈ ਕੇ ਮੁੜ ਕੇ ਨਵੇਂ ਲਾਅ ਬਣਾ ਲਈਓ, ਇਹ ਫਿਰ ਫਾਰਮਰਸ ਦਾ ਨੁਕਸਾਨ ਹੋਊਗਾ। ਦੈਟ ਇਜ਼ ਨਾਟ ਐਸਥੈਟਿਕਲੀ ਗੁੱਡ ਟੇਸਟ, ਮਤਲਬ ਉਹ ਵੀ ਇੱਕ ਨੁਕਸਾਨ ਹੋਊਗਾ ਜੀ। ਫਿਰ ਗਵਰਨਮੈਂਟ ਨਾਲ ਟਕਰਾਵ ਹੋਊਗਾ, ਫਿਰ ਕਾਫੀ ਕੁਝ ਨੁਕਸਾਨ ਹੋ ਸਕਦਾ ਹੈ, ਜਾਨੀ ਮਾਨੀ ਵੀ। ਫਿਰ ਤੁਸੀਂ ਸਿੰਪਥੀ ਵੀ ਖੋ ਸਕਦੇ ਹੋ ਕਿ ਤੁਸੀਂ ਜਦ ਗਵਰਨਮੈਂਟ ਕਹਿੰਦੀ ਹੈ ਮੈਂ ਸਾਰੇ ਮੰਨਣ ਨੂੰ ਤਿਆਰ ਹਾਂ, ਫਿਰ ਮੰਨ ਜਾਣਾ ਚਾਹੀਦਾ ਹੈ। ਇਹਦੇ ਤੇ ਕੋਈ ਦੇਖੋ, ਮੈਂ ਸਮਝਦਾ ਫਾਰਮ ਯੂਨੀਅਨਸ ਦੇ ਲੀਡਰਸ਼ਿਪ 'ਚ ਕਾਫੀ ਮੈਚੁਰਿਟੀ ਆਈ ਹੈ, ਜਿਸ ਢੰਗ ਦੇ ਨਾਲ ਉਹਨਾਂ ਨੇ ਨੈਗੋਸ਼ੀਏਸ਼ਨ ਕੀਤੀ ਹੈ, ਪੀਸਫੁਲ ਢੰਗ ਨਾਲ ਰਹੇ ਹੈ। ਐਂਡ ਉਹਨਾਂ ਨੂੰ ਵੀ ਆਪਸ 'ਚ ਬੈਠ ਕੇ ਨਾ ਜੌਟ ਡਾਊਨ ਕਰ ਲੈਣਾ ਚਾਹੀਦਾ ਕਿ ਕਿੱਥੇ ਅਸੀਂ ਮੰਨ ਜਾਈਏ ਤੇ ਕਿੱਥੇ ਅਸੀਂ ਨਹੀਂ ਮੰਨਣਾ। ਇਸ਼ੂਜ਼ ਨੂੰ ਦੇਖ ਲੈਣ ਜਿਹੜੇ ਮਨ ਵਿੱਚ ਖਿਆਲ ਆਉਂਦਾ ਹੈਗਾ, ਜਿਵੇਂ ਅੱਜ ਮਤਲਬ ਜੇ 7 ਤਰੀਕ ਨੂੰ ਸਰਕਾਰ ਇਹਨਾਂ ਨਾਲ ਦੁਬਾਰਾ ਮੀਟਿੰਗ ਕਰ ਲੈਂਦੀ, ਕੱਲ ਦੀ ਇਹਨਾਂ ਨੇ ਜਿਹੜੀ 8 ਤਰੀਕ ਦੀ
ਆਲ ਇੰਡੀਆ ਬੰਦ ਦੀ ਕਾਲ ਦਿੱਤੀ ਉਹ ਹੈਗੀ 9 ਦੀ ਬਜਾਏ, ਤੇ ਅੱਜ ਹੀ ਸ਼ਾਇਦ ਫੈਸਲਾ ਹੋ ਜਾਂਦਾ ਤੇ ਜਿਹੜਾ ਕੱਲ ਦਾ ਜਿਹੜਾ ਪ੍ਰਪੋਜ਼ਡ ਬੰਦ ਉਹ ਵੀ ਖਤਮ ਹੋ ਜਾਂਦਾ, ਸਾਰੇ ਖੁਸ਼ੀ ਆਪਣੇ ਘਰ ਆ ਜਾਂਦੇ। ਇਹ ਸਰਕਾਰ ਡਿਲੇਇੰਗ ਟੈਕਟਿਸ ਕਿਉਂ ਵਰਤਦੀ ਹੈਗੀ? ਮਤਲਬ 7 ਦੀ ਬਜਾਏ 9 ਤੇ ਕਿਉਂ ਇਹਨਾਂ ਨੇ ਪਾਇਆ ਹੈਗਾ, ਜਦ ਇਹਨਾਂ ਨੂੰ ਪਤਾ 8 ਤਰੀਕ ਨੂੰ ਵਿੱਚ ਬੰਦ ਆ ਰਿਹਾ ਹੈਗਾ। ਪਰ ਸਰ ਇਹੀ ਗੱਲ ਹੈ ਨਾ, ਕਈ ਵਾਰ ਕੀ ਪਤਾ ਯੂਨੀਅਨ ਵੱਲੋਂ ਡੇਟ ਨਾ ਪਸੰਦ ਹੋਵੇ 7 ਕਿ ਅੱਗੇ 8 ਨੂੰ ਬੰਦ ਦੀ ਤਿਆਰੀ ਕਰਨੀ ਉਹਨਾਂ ਨੇ, ਗੋਡ ਨੋਸ ਕੀ ਹੈ, ਕੌਣ ਮੰਨਿਆ ਤੇ ਕੌਣ ਨਹੀਂ ਮੰਨਿਆ। ਗਵਰਨਮੈਂਟ ਲੈਵਲ ਤੇ ਵੀ ਹੋ ਸਕਦਾ ਹੈ, ਮਲਟੀ ਮਿਨਿਸਟਰੀਜ਼ ਦੀ ਇਨਵੋਲਵਮੈਂਟ ਹੁੰਦੀ ਹੈ, ਇਹਨੂੰ ਐਗਰੀ ਕਰਨਾ ਫਿਰ ਇਹਨੂੰ ਅਪਰੂਵ ਕਰਨਾ। ਸੋ ਕਿਤੇ ਵੈਟਿੰਗ ਕਰਾਉਣੀ ਪੈਂਦੀ ਹੈ ਕਿ ਵਿਦਿਨ ਪੈਰਾਮੀਟਰਸ ਤੁਸੀਂ ਇਹ ਲਾਜ਼ ਦੇ ਵਿੱਚ ਰੂਲਸ 'ਚ ਅਮੈਂਡਮੈਂਟ ਕਰੋਗੇ, ਰੂਲਸ ਨਵੇਂ ਲੈ ਕੇ ਆਓਗੇ ਕਿ ਲਾਅ ਇਟਸੈਲਫ ਡ੍ਰੌਪ ਕਰਨਾ ਪਊਗਾ, ਉਹਦਾ ਆਰਡੀਨੈਂਸ ਲਿਆਉਣਾ ਪਊਗਾ ਕਿ ਮੁੜ ਕੇ ਸੈਸ਼ਨ ਬਣਾਉਣਾ ਪਊਗਾ। ਤੇ ਮੈਨੀ ਕੰਸੀਡਰੇਸ਼ਨਸ ਔਨ ਦੀ ਪਾਰਟ ਆਫ ਸਰਕਾਰ ਨੂੰ ਟਾਈਮ ਚਾਹੀਦਾ 2-3 ਦਿਨ, ਮਤਲਬ 3-4 ਦਿਨ ਦਾ ਕੋਈ ਫਰਕ ਨਹੀਂ ਪੈਂਦਾ। ਬਟ ਕੁਐਸਚਨ ਹੈ ਕਿ ਪੋਜ਼ਿਟਿਵ ਨੋਟ ਤੇ ਖਤਮ ਹੋ ਜਾਵੇ। ਜੈਸੇ ਸਾਰੀਆਂ ਅੱਖਾਂ ਇਹੀ ਦੇਖ ਰਹੀਆਂ ਕਿ ਪੋਜ਼ਿਟਿਵ ਨੋਟ ਤੇ ਖਤਮ ਹੋਣਾ ਚਾਹੀਦਾ। ਹੁਣ ਜਿਹੜਾ 8 ਤਰੀਕ ਦਾ ਭਾਰਤ ਬੰਦ ਦਾ ਹੈਗਾ, ਆਲ ਇੰਡੀਆ ਮੋਟਰ ਜਿਹੜੀ ਟਰਾਂਸਪੋਰਟ ਜਿੰਨੇ ਵੀ ਆ ਜਿਹੜੇ ਟਰੱਕ ਵਗੈਰਾ ਜਾਂ ਹੋਰ ਉਹ ਵੀ ਬੰਦ ਕਰਨਗੇ। ਲੋਕਾਂ ਦਾ ਜੋ ਜਿਹੜਾ ਹੈਗਾ ਢੋਆ ਢੁਆਈ ਜਾਂ ਹੋਰ ਇੰਨਾ ਕੁਝ ਜਾਣਾ ਹੁੰਦਾ ਹੈਗਾ, ਅਸੈਂਸ਼ੀਅਲ ਚੀਜ਼ਾਂ ਦੀ ਸਪਲਾਈ, ਮਤਲਬ ਉਹ 2-3 ਦਿਨ ਤੋਂ ਪਹਿਲਾਂ ਸੈਟਰਡੇ ਤੋਂ ਸਮਝੋ ਉਹ ਕੰਮ ਖਤਮ ਹੋ ਠੰਡਾ ਹੋ ਜਾਂਦਾ ਹੈਗਾ। ਇਹਦੇ ਵਿੱਚ ਕਿਸ ਤਰ੍ਹਾਂ ਦੇ ਕਿਸਾਨ ਯੂਨੀਅਨ ਨੂੰ ਸਟੈਪ ਲੈਣੇ ਚਾਹੀਦੇ, ਪੀਸਫੁਲ ਰਹੇ ਤੇ ਚਲੋ ਇਹਨਾਂ ਦੀ ਹੁਣ ਜੋ ਕੁਝ ਸਰਕਾਰ ਤੇ ਪਹੁੰਚਾਉਣਾ ਚਾਹੁੰਦੇ ਸੀ ਉਹ ਲਗਭਗ ਸਾਰੀ ਚੀਜ਼ ਸਰਕਾਰ ਦੇ ਨੋਟਿਸ ਵਿੱਚ ਆ ਗਈ ਹੈਗੀ। ਬੰਦ ਤੋਂ ਹੋਰ ਫਿਰ ਕੀ ਇਹੋ ਕਰਨਾ ਚਾਹੁੰਦੇ ਹੈਗੇ? They want to build further pressure, public opinion। देखो राइट है उन्होंने बंद करना, पब्लिक ओपीनियन बिल्ड करना। ਜਿਹੜੀ ਮੋਟਰ ਟਰਾਂਸਪੋਰਟ ਦਾ ਜੀ ਉਹ ਵੀ ਇੰਡਸਟਰੀ ਬਹੁਤ ਵੱਡੀ ਕ੍ਰਾਈਸਿਸ ਲੰਘ ਰਹੀ ਹੈ। ਜਿਹੜੇ ਪਾਸਟ ਦੇ ਵਿੱਚ ਫਲਕਚੁਏਟਿੰਗ ਪ੍ਰਾਈਸਿਸ ਹੈ ਨਾ ਜਿਹੜੀਆਂ ਡੀਜ਼ਲ ਦੀਆਂ, ਉਹਦੇ ਵਿੱਚ ਇੰਨਾ ਸ਼ਾਰਪ ਕੰਪੀਟੀਸ਼ਨ ਹੋ ਗਿਆ ਹੈ ਟਰਾਂਸਪੋਰਟ ਇੰਡਸਟਰੀ ਦੇ ਵਿੱਚ ਕਿ ਕਮਾਈ ਨਹੀਂ, ਲੋਕੀ ਉੱਜੜ ਰਹੇ ਹਨ। ਹਾਂਜੀ, ਇਹਦੇ ਲਈ ਵੀ ਉਹ ਵੀ ਦੁਖੀ ਹੈ। ਉਹਨਾਂ ਦਾ ਵੀ ਕਿਤੇ ਨਾ ਕਿਤੇ ਸੰਵਿਧਾਨ ਕਰਨ ਦੀ ਲੋੜ ਹੈ। ਉਹਨਾਂ ਨੂੰ ਇੱਕ ਰੇਟ ਤੇ ਡੀਜ਼ਲ ਮੁਹੱਈਆ ਹੋ ਜਾਵੇ ਟਰਾਂਸਪੋਰਟਰਸ ਨੂੰ, ਜਾਂ ਉਹਨਾਂ ਦਾ ਭਾੜਿਆ ਲਿੰਕ ਕਰ ਦੇਵੇ, ਗਵਰਨਮੈਂਟ ਰੂਲਸ ਬਣਾ ਦੇਵੇ ਕਿ ਭਾੜਾ ਐਵੇਂ ਹੀ ਵਧੂਗਾ। ਹੁਣ ਰਿਸਟ੍ਰਿਕਸ਼ਨਸ ਤਾਂ ਬਹੁਤ ਲੱਗੀਆਂ ਹੋਈਆਂ ਇਹਨਾਂ ਤੇ, ਹਰ ਟਰਾਂਸਪੋਰਟਰ ਨੇ ਨਾਲ ਆਪਣੇ ਕੰਡਕਟਰ ਰੱਖਣਾ ਹੁੰਦਾ ਹੈ, ਪਰ ਕਾਗਜ਼ਾਂ 'ਚ ਕਿਤੇ ਵੀ ਨਹੀਂ ਹੁੰਦਾ ਕੰਡਕਟਰ। ਜੇ ਕੰਡਕਟਰ ਰੱਖਦੇ ਆ ਤਾਂ ਭਾੜਾ ਵੱਧਦਾ, ਭਾੜਾ ਕੋਈ ਵੱਧ ਦਿੰਦਾ ਨਹੀਂ। ਫਲਕਚੁਏਸ਼ਨ ਆਫ ਪ੍ਰਾਈਸ ਡੀਜ਼ਲ ਦੀ ਨੇ ਇੱਕਦਮ ਲੱਖ ਭਣ ਕੇ ਰੱਖਤਾ ਇਸ ਇੰਡਸਟਰੀ ਦਾ। ਸੋ ਉਹ ਆਪਣੀ ਤਕਲੀਫ ਹੈ। ਹੁਣ ਹਰ ਬੰਦਾ ਨਾ ਜਿਹੜਾ ਆਪਣੀ ਤਕਲੀਫ 'ਚ ਫਾਰਮਰਸ ਦੀ ਐਜੀਟੇਸ਼ਨ ਦੇ ਵਿੱਚ ਹਿੱਸਾ ਪਾਉਣਾ ਚਾਹੁੰਦਾ ਹੈ। ਹਾਂਜੀ ਹਾਂਜੀ, ਚਲੋ ਇਹ ਵੈਸੇ ਚਲੋ ਬਾਕੀ ਤਾਂ ਗੱਲਾਂ ਛੱਡ ਲਈ। ਜੇ ਇਹਨਾਂ ਫਾਰਮਰ ਐਜੀਟੇਸ਼ਨ ਦਾ ਟਰਾਂਸਪੋਰਟ ਜਿਹੜਾ ਡੀਜ਼ਲ ਦੀ ਪ੍ਰਾਈਸ ਹਾਲਾ ਬੈਰਲ ਦੀ ਕੀਮਤ ਬੜੀ ਘਟੀਓ ਹੈਗੀ ਆ ਜੋ ਇੱਥੋਂ ਆਉਂਦਾ ਹੈਗਾ, ਇਹ ਮੋਦੀ ਸਰਕਾਰ ਤੋਂ ਇੰਨੀ ਨਹੀਂ ਸੀ ਉਮੀਦ ਕੀਤੀ ਜਾਂਦੀ ਵੀ ਇੰਨੇ ਪ੍ਰਾਈਸਿਸ ਵੱਧ ਜਾਣਗੇ। ਮਹਿੰਗਾਈ ਇਨ ਜਨਰਲ ਬਹੁਤ ਜ਼ਿਆਦਾ ਹੋ ਗਈ ਹੈਗੀ ਹੈ, ਖਾਸ ਤੌਰ ਤੇ ਫਿਰ ਜੇ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਲਗਭਗ ਸੇਮ ਹੀ ਆ, ਤੇ ਫਿਰ ਉਹ ਜਿਹੜੀ ਡੀਜ਼ਲ ਵਾਲੀਆਂ ਕਾਰਾਂ ਹੋਰ ਜਿਹੜੀ ਉਹਦਾ ਲੌਜਿਕ ਹੀ ਰਿਹਾ ਹੈਗਾ। ਹਰ ਇੱਕ ਜਿਹੜੀ ਇੰਡਸਟਰੀ ਜਿਹੜੀ ਟਰਾਂਸਪੋਰਟ ਦਾ, ਚਾਹੇ ਕਾਰਾਂ, ਟਰੱਕਿੰਗ, ਹੋਰ ਜੇ ਉਹ ਇਹਨਾਂ ਨੂੰ ਚਾਹੀਦਾ ਉਹ ਸਾਰੀ ਹਿੱਟ ਹੁੰਦੀ ਹੈਗੀ। ਇੱਥੇ ਸਰਕਾਰ ਨੂੰ ਘੱਟੋ ਘੱਟ 20-25 ਰੁਪਏ ਦਾ ਡਿਫਰੈਂਸ ਨਹੀਂ ਚਾਹੀਦਾ ਘੱਟੋ ਘੱਟ ਰੱਖਣਾ। ਦੇਖੋ ਜੀ, ਪੂਰੀ ਵਰਲਡ ਦੇ ਵਿੱਚ ਜਿਹੜਾ ਡੀਜ਼ਲ ਹੈ ਬੈਟਰ ਫਿਊਲ ਹੈ, ਮਹਿੰਗਾ ਹੈ। ਪੈਟਰੋਲ ਹੈ ਜਿਹੜਾ ਉਹ ਡੈਂਸਿਟੀ ਘੱਟ ਹੋਣ ਕਰਕੇ ਡੀਜ਼ਲ ਦੇ ਬਰਾਬਰ ਦਾ ਫਿਊਲ ਨਹੀਂ ਹੈ, ਸੋ ਸਸਤਾ ਹੈ ਪੂਰੀ ਵਰਲਡ ਦੇ ਵਿੱਚ। ਤੇ ਆਪਣੇ ਤਾਂ ਕਾਰਾਂ ਤਾਂ ਵੱਧ ਗਈਆਂ ਸੀ ਕਿਉਂਕਿ ਡੀਜ਼ਲ ਸਸਤਾ ਸੀ, ਸਬਸਿਡਾਈਜ਼ ਸੀਗਾ। ਫਿਰ ਡੀਜ਼ਲ ਤੇ ਟੈਕਸ ਘੱਟ ਹੋ ਗਏ, ਪੈਟਰੋਲ ਤੇ ਵੱਧ ਸੀ। ਹੁਣ ਹੌਲੀ ਹੌਲੀ ਗਵਰਨਮੈਂਟ ਆਫ ਇੰਡੀਆ ਨੇ ਪਿਛਲੇ 15 ਸਾਲ ਤੋਂ ਇਹਦਾ ਭਾਅ ਨੂੰ ਰੈਸ਼ਨਲਾਈਜ਼ ਕਰਦੇ ਬਰਾਬਰ ਲੈ ਆਏ। ਨਾਓ ਹੁਣ ਸਿਚੁਏਸ਼ਨ ਇਹ ਹੈ ਕਿ ਜਦ ਵਰਲਡ ਪ੍ਰਾਈਸਿਸ ਗਿਰੀਆਂ, ਤੁਸੀਂ ਜਿਹੜਾ ਟੈਕਸ ਹੈ ਟੈਕਸ ਵਧਾਉਣਾ ਸ਼ੁਰੂ ਕਰਤਾ। ਜਿੰਨੀ ਪ੍ਰਾਈਸ ਡਿੱਗਦੀ ਸੀ ਗਵਰਨਮੈਂਟ ਆਫ ਇੰਡੀਆ ਉਹਨਾਂ ਟੈਕਸ ਸੂਬਿਆਂ ਨੇ ਵੀ ਵਧਾ ਲਿਆ। ਇਹਨਾਂ ਨੇ ਉਸ ਲੈਵਲ ਤੇ ਪ੍ਰਾਈਸ ਤਾਂ ਕੀ ਰੱਖਣੀ, ਉਦੋਂ ਵੀ ਉੱਤੇ ਅੱਗੇ ਲੈ ਗਏ। ਹੁਣ ਇਹਦੇ ਨਾਲ ਇਨਫਲੇਸ਼ਨ ਬਹੁਤ ਹੋਈ ਹੈ, ਇਹਦਾ ਵੀ ਧਿਆਨ ਗਵਰਨਮੈਂਟ ਆਫ ਇੰਡੀਆ ਨੂੰ ਕਰਨਾ ਚਾਹੀਦਾ ਕਿ ਕਿਸ ਹੱਦ ਤੱਕ ਤੁਸੀਂ ਟੈਕਸ ਲਾਣਾ ਹੈ ਪੈਟਰੋਲ ਡੀਜ਼ਲ ਤੇ। ਐਂਡ ਸਟੇਟਸ ਦੇ ਵਿੱਚ ਵੀ ਯੂਨੀਫਾਰਮਿਟੀ ਹੋਣੀ ਚਾਹੀਦੀ ਹੈ। ਸਟੇਟਸ ਨੇ ਵੀ ਬਹੁਤ ਟੈਕਸ ਲਾਇਆ ਹੋਇਆ, ਵੈਟ ਬਹੁਤ ਹੈ ਇਹਦੇ ਤੇ। ਸੋ ਕਮ ਸੇ ਕਮ ਫਾਰਮਰ ਤੇ ਟਰਾਂਸਪੋਰਟਰ ਨੂੰ ਸਬਸਿਡਾਈਜ਼ ਤਾਂ ਜ਼ਰੂਰ ਦੇਣਾ ਚਾਹੀਦਾ, ਉਹਨਾਂ ਨੂੰ ਜ਼ਰੂਰ ਸਸਤਾ ਡੀਜ਼ਲ ਮਿਲਣਾ ਚਾਹੀਦਾ ਹੈ। ਸਾਡਾ ਗੁਆਂਢੀ ਬਹੁਤ ਵੱਡਾ ਇਸ਼ੂ ਹੈ। ਮਤਲਬ ਉੱਥੇ 47 ਰੁਪਏ ਰੇਟ ਆ ਡੀਜ਼ਲ ਦਾ, ਮਤਲਬ ਪਾਕਿਸਤਾਨ ਚ। ਹਾਂਜੀ,
ਪਾਕਿਸਤਾਨ ਦਾ ਪਹਿਲਾਂ ਤਾਂ ਰੁਪਈਆ ਹਿੰਦੁਸਤਾਨ ਤੋਂ ਬਹੁਤ ਸਸਤਾ ਹੈ, ਤਕਰੀਬਨ 2 ਰੁਪਏ 30 ਪੈਸੇ ਦੇ ਬਰਾਬਰ ਹੈ 1 ਰੁਪਈਆ ਇੰਡੀਆ ਦਾ ਪਾਕਿਸਤਾਨ ਦੇ ਨਾਲ। ਪਾਕਿਸਤਾਨ ਬਹੁਤ ਸਸਤਾ ਬਣ ਜਾਂਦਾ ਉਹਨਾਂ ਦਾ ਡੀਜ਼ਲ। ਪਾਕਿਸਤਾਨ ਨੂੰ ਆਇਲ ਸਬਸਿਡੀ ਬਹੁਤ ਮਿਲਦੀ ਹੈ ਈਰਾਨ ਤੋਂ, ਮੁਫਤ ਮਿਲਦਾ ਹੈ, ਉਹ ਤਾਂ ਸਰਕਾਰ ਮੁਫਤ ਲੈ ਕੇ ਅੱਗੇ ਵੇਚਦੀ ਹੈ, ਸੋ ਉਹਦੇ ਨਾਲ ਆਪਾਂ ਕੰਪੇਅਰ ਨਹੀਂ ਕਰ ਸਕਦੇ। ਉਹ ਤਾਂ ਇੰਟਰਨੈਸ਼ਨਲ ਪ੍ਰਾਈਸਿਸ ਤੋਂ ਵੀ ਸਸਤਾ ਵਿਕਦਾ ਹੈ, ਉਹ ਸਿੱਧਾ ਆਉਂਦਾ ਈਰਾਨ ਤੋਂ। ਐਂਡ ਜਿਹੜਾ ਈਰਾਨ ਦਾ ਬਾਰਡਰ ਹੈ ਉੱਥੋਂ ਤਾਂ ਬੜੀ ਤਸਕਰੀ ਬਹੁਤ ਹੁੰਦੀ ਹੈ, ਉਧਰ ਅੱਧੇ ਭਾਅ ਤੇ ਇੱਧਰ ਆ ਜਾਂਦਾ ਤੇਲ। ਸੋ ਪਾਕਿਸਤਾਨ ਨਾਲ ਆਪਾਂ ਕੰਪੇਅਰ ਨਾ ਕਰੀਏ। ਦੇਖੋ ਇੰਟਰਨੈਸ਼ਨਲ ਕੰਟਰੀਜ਼ ਨਾਲ ਕੰਪੇਅਰ ਕਰੋ ਤਾਂ ਇੰਡੀਆ ਦਾ ਮਹਿੰਗਾ ਹੈ। ਜੇ ਇੰਡੀਆ ਦਾ 50 ਰੁਪਏ ਤੇ ਡੀਜ਼ਲ ਪੈਟਰੋਲ ਆ ਜਾਵੇ ਤਾਂ ਸ਼ਾਇਦ ਇੰਟਰਨੈਸ਼ਨਲ ਪ੍ਰਾਈਸਿਸ ਤੇ ਬਰਾਬਰ ਹੋਊਗਾ। ਤੁਸੀਂ ਹੁਣ ਇੰਗਲੈਂਡ 'ਚ ਵੀ ਦੇਖ ਲਓ ਤੇ ਇੰਡੀਆ ਤੇ ਬਰਾਬਰੀ ਹੈ ਭਾਅ, $1 ਕੁਝ ਸੈਂਟਸ ਦੇ ਲੀਟਰ ਦਾ ਭਾਅ ਹੈ ਉੱਥੇ ਵੀ। ਸੋ ਡਾਲਰ ਹੈ ਜਿਹੜਾ ਉਹ ਪਾਉਂਡ ਹੈ ਆਪਣੇ ਨਾਲੋਂ ਕਿਤੇ ਮਹਿੰਗਾ ਹੈ। ਅਮਰੀਕਾ ਦੇ ਵਿੱਚ ਸਸਤਾ ਹੈ, ਅਮਰੀਕਾ ਦੇ ਵਿੱਚ ਤਕਰੀਬਨ 65-70 ਰੁਪਏ ਦਾ ਪਾਉਂਡ ਹੋ ਗਿਆ, ਉਹਦੇ 'ਚ 2 ਲੀਟਰ ਤੇਲ ਪੈ ਜਾਂਦਾ। ਸੋ ਉੱਥੇ ਦੇ ਹਿਸਾਬ ਨਾਲ ਸਸਤਾ ਹੈ। ਪਰ ਸਾਡੇ ਬਹੁਤ, ਅਮਰੀਕਾ ਕੋਲ ਆਪਣੀ ਪ੍ਰੋਡਕਸ਼ਨ ਬਹੁਤ ਆਇਲ ਦੀ, ਅਮਰੀਕਾ ਤਾਂ ਐਕਸਪੋਰਟ ਕਰਨ ਲੱਗ ਗਿਆ, ਅਸੀਂ ਇੰਪੋਰਟ ਕਰਦੇ ਹਾਂ। ਸੋ ਇੰਪੋਰਟ ਤੇ ਸਾਡੀ ਜਿਹੜੀ ਲੌਜਿਸਟਿਕ ਕੋਸਟ ਹੈ ਜਹਾਜ਼ਾਂ ਦੀ ਉਹ ਵੀ ਪੈਂਦੀ ਹੈ। ਕਈ ਰੀਜ਼ਨਸ ਹੈ। ਇੰਡੀਆ ਮੈਨੂੰ ਲੱਗਦਾ ਕਿ ਇਸ ਲਈ ਤੇਲ ਮਹਿੰਗਾ ਕਰ ਲੈਂਦਾ ਕਿ ਤੇਲ ਦੀ ਟੈਕਸ ਦੀ ਚੋਰੀ ਨਹੀਂ ਹੁੰਦੀ। ਬਾਕੀ ਤਾਂ ਸਾਡੀ ਚੋਰੀ ਬੜੀ ਹੈ, ਮੈਸਿਵ ਚੋਰੀ ਹੈ। GST ਦੇਖ ਲਓ, ਲੁੱਟੀ ਤੁਰੀ ਜਾਂਦੇ ਆ ਲੋਕੀ। ਸੋ ਤੇਲ ਦੇ ਉੱਤੇ ਜਿਹੜਾ ਟੈਕਸ ਲੱਗਦਾ ਸਿੱਧੀ ਰਿਕਵਰੀ ਹੋ ਜਾਂਦੀ ਹੈ, ਇਸ ਕਰਕੇ ਸ਼ਾਇਦ ਤੇਲ ਮਹਿੰਗਾ ਕੀਤਾ ਹੈ। ਲਾਸਟ ਸਵਾਲ ਆ ਇਸ ਵਾਲੀ ਦਾ, ਜਿਵੇਂ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦਾ ਜਿੰਨੀ ਫੋਰਨ ਪਾਲਿਸੀ, ਚਲੋ ਇਹਨਾਂ ਨੇ ਬਾਕੀ ਕੰਟਰੀਆਂ ਵਿੱਚ ਬੜਾ ਇੱਕ ਕੰਟਰੀ ਦਾ ਆਪਣਾ ਆਪਣੇ ਵੱਲੋਂ ਇਹਨਾਂ ਨੇ ਨਾ ਅਪ ਕਰਨੇ ਦੀ ਕੋਸ਼ਿਸ਼ ਕੀਤੀ, ਕਾਫੀ ਜ਼ਿਆਦਾ ਕਾਮਯਾਬ ਵੀ ਰਹੇ ਹੈਗੇ। ਇਹਨਾਂ ਦੀ ਪੋਪੂਲੈਰਿਟੀ ਕਿਉਂਕਿ ਜਿਹੜੇ ਪੰਜਾਬੀ ਆ ਸਾਡੇ ਇੰਗਲੈਂਡ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਉਹ ਡੈਮੋਨਸਟ੍ਰੇਸ਼ਨ ਕਰ ਰਹੇ ਇੰਡੀਅਨ ਹਾਈ ਕਮਿਸ਼ਨ ਦੇ ਅੱਗੇ ਜਾ ਕੇ। ਤੇ ਉਹ ਇੱਕ ਕੰਟਰੀ ਦਾ ਇਮੇਜ ਆ, ਮੋਦੀ ਸਾਹਿਬ ਦੀ ਪੋਪੂਲੈਰਿਟੀ ਇੰਟਰਨੈਸ਼ਨਲ ਲੈਵਲ ਤੇ ਥੱਲੇ ਆਈ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕੰਟਰੀ ਦਾ ਪ੍ਰੈਸਟੀਜ ਥੱਲੇ ਹੋਇਆ, ਮਤਲਬ ਇੰਟਰਨੈਸ਼ਨਲ ਲੈਵਲ ਤੇ? ਕੋਈ ਥੱਲੇ ਨਹੀਂ ਹੋਇਆ। ਇੱਕ ਦੇਖੋ, ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਨਾ, ਅਨਫੋਰਚੂਨੇਟਲੀ ਉਹ ਕੁਝ ਹੋਰ ਹੀ ਗੇਮਸ ਖੇਲਦਾ ਹੈ। ਪਹਿਲਾਂ ਉਹਦੇ ਬਾਪ ਨੇ ਵੀ ਖੇਲੀ ਸੀਗੀ ਐਂਡ ਉਸੇ ਪੋਲਿਟਿਕਸ ਤੇ ਜਿੱਤ ਕੇ ਆਇਆ, ਹੁਣ ਇਹ ਵੀ ਖੇਲ ਰਿਹਾ। ਇੰਡੀਆ ਦੇ ਵਿੱਚ ਕੋਈ ਇਸ਼ੂ ਹੈ ਉਹਦੇ ਤੇ ਉੱਥੇ ਦੇ ਪ੍ਰਾਈਮ ਮਿਨਿਸਟਰ ਨੂੰ, ਕੈਨੇਡਾ ਦੇ ਨੂੰ ਕਮੈਂਟ ਕਰਦਾ ਚੰਗਾ ਨਹੀਂ ਲੱਗਦਾ। ਜਿਸ ਕਿਸਮ ਦੀ ਲੈਂਗੁਏਜ ਉਹ ਬੋਲੇ ਆ, ਕੋਈ ਹੋਰ ਕੰਟਰੀ ਦਾ ਨਹੀਂ ਬੋਲੇ। ਦੇਖੋ ਕੰਸਰਨਸ ਦਾ ਸ਼ੋ ਇੰਗਲੈਂਡ ਦੇ ਮੈਂਬਰ ਪਾਰਲੀਮੈਂਟਸ ਨੇ ਵੀ ਸ਼ੋ ਕੀਤਾ ਹੈ, ਈਵਨ ਆਪਣੀ UNO ਨੇ ਵੀ ਸ਼ੋ ਕੀਤਾ ਹੈ ਕਿ ਪੀਸਫੁਲ ਡੈਮੋਨਸਟ੍ਰੇਸ਼ਨ ਨੂੰ ਰੋਕਣਾ ਚਾਹੀਦਾ। ਕਮਲਾ ਹੈਰਿਸ ਨੇ ਵੀ ਜਿਹੜੀ ਡਿਪਟੀ ਆਪਣੇ ਵਾਈਸ ਪ੍ਰੈਜ਼ੀਡੈਂਟ ਨੇ, ਵਾਈਸ ਪ੍ਰੈਜ਼ੀਡੈਂਟ ਕੀਤਾ, ਟਵੀਟ ਕੀਤਾ। ਪਰ ਟਰੂਡੋ ਸਾਹਿਬ ਦਾ ਜਿਹੜਾ ਬਿਹੇਵੀਅਰ ਹੈ ਨਾ, ਬੜਾ ਅਜੀਬ ਜਿਹਾ ਐਂਡ ਕੰਡੈਮੇਬਲ ਹੈ। ਇਹ ਕੋਈ ਸਭਿਆ ਨਹੀਂ ਹੈ। ਜੇ ਕਹੀਏ ਅਸੀਂ ਇਹ ਡੀਸੈਂਟ ਹੈ, ਡੀਸੈਂਟ ਨਹੀਂ ਹੈ, ਇਨਡੀਸੈਂਟ ਬਿਹੇਵੀਅਰ ਹੈ। ਉਹਨਾਂ ਦੀ ਆਪਣੀ ਲੋਕਲ ਇਲੈਕਟੋਰੇਟ ਪੋਲਿਟਿਕਸ ਨੂੰ ਲੈ ਕੇ ਹੈ, ਬਿਕਾਜ਼ ਹੀ ਇਜ਼ ਵੈਰੀ ਹੈਵੀਲੀ ਡਿਪੈਂਡੈਂਟ ਅਪਨ ਏਸ਼ੀਅਨਸ ਐਂਡ ਉਸ ਤੋਂ ਹੋਰ ਕੰਮ ਵੀ ਬੜੇ ਕਰਦੇ ਆ। ਐਂਡ ਆਲਰੇਡੀ ਉਹਨਾਂ ਨੇ ਲਾਅ ਐਂਡ ਆਰਡਰ ਸਿਚੁਏਸ਼ਨ ਕੈਨੇਡਾ ਦੀ ਐਸੀ ਕਰ ਲਈ, ਉੱਥੇ ਗਰੁੱਪ ਵਾਰਸ ਸ਼ੁਰੂ ਹੋ ਗਏ, ਇੱਕ ਦੂਜੇ ਤੇ ਆਮ ਵੈਪਨ ਚੱਕੀ ਫਿਰਦੇ ਆ। ਪਛਤਾਣਗੇ ਜੋ ਕਰ ਰਹੇ ਹੋ, ਉਹਨਾਂ ਨੂੰ ਕਰਨਾ ਨਹੀਂ ਚਾਹੀਦਾ। ਚਲੋ ਅਸੀਂ ਇੱਕ ਅਗਲਾ ਇੰਪੋਰਟੈਂਟ ਸੈਗਮੈਂਟ, ਜਦੋਂ ਤੁਹਾਨੂੰ ਪਤਾ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਜੋ ਪ੍ਰਧਾਨ ਹੈਗੇ ਆ, ਇਹਨਾਂ ਦੇ ਖੇਤੀ ਬਿੱਲਾਂ ਕਰਕੇ ਉਹਨਾਂ ਨੇ NDA ਨਾਲ ਨਾਤਾ ਤੋੜਿਆ ਸੀ। ਹੁਣ ਉਹ ਸਾਹਮਣੇ ਆ ਗਏ ਹੈਗੇ ਆ। ਉਹਨਾਂ ਨੇ ਕਿਹਾ ਵੀ ਅਸੀਂ ਨੈਸ਼ਨਲ ਲੈਵਲ ਤੇ ਇੱਕ ਅਲਾਇੰਸ ਬਣਾਵਾਂਗੇ ਲਾਈਕ ਮਾਈਂਡਡ ਰੀਜਨਲ ਪਾਰਟੀਆਂ ਲੈ ਕੇ, ਜੇ ਮਮਤਾ ਬੈਨਰਜੀ ਆ, BSP ਆ, ਜਾਂ ਉਧਰ ਸ਼ਿਵ ਸੈਨਾ, ਜਾਂ ਹੋਰ ਬਹੁਤ ਸਾਰੀਆਂ ਇੰਡੀਆ ਵਿੱਚ ਰੀਜਨਲ ਪਾਰਟੀਆਂ ਸਟਰੋਂਗ ਹੈਗੀਆਂ। ਉਹ ਚੰਦੂ ਮਾਜਰਾ ਸਾਹਿਬ ਦੀ ਉਹਨਾਂ ਨੇ ਡਿਊਟੀ ਵੀ ਲਾਈ ਹੈਗੀ ਆ, 1-2 ਲੀਡਰਾਂ ਨੂੰ ਮਿਲੇ ਵੀ ਆ, ਕੁਝ ਮਿਲਣਾ ਵੀ ਹੈਗਾ। ਇਹਦਾ ਕਿੰਨਾ ਕੁ BJP ਨੂੰ ਜਾਂ NDA ਨੂੰ ਇਹ ਮੂਵ ਚੈਲੰਜ ਕਰ ਸਕਦਾ ਹੈਗਾ? ਭੱਟ ਸਾਹਿਬ, ਅਕਾਲੀ ਦਲ ਬਹੁਤ ਇੰਪੋਰਟੈਂਟ ਫੈਕਟਰ ਰਿਹਾ ਹੈ ਪੋਸਟ ਇੰਡੀਪੈਂਡੈਂਸ ਇੰਡੀਅਨ ਫੈਡਰਲ ਸਟਰਕਚਰ ਲਈ ਮੰਗ ਕਰਨ ਵਾਲੀ ਜਿਹੜੀ ਤਾਕਤਾਂ ਸੀ, ਉਹਨੂੰ ਲੀਡ ਕੀਤਾ ਅਕਾਲੀ ਦਲ ਨੇ। ਐਂਡ ਐਮਰਜੈਂਸੀ ਦੇ ਵਿੱਚ ਜੇ ਅਕਾਲੀ ਦਲ ਨੇ ਸਿਰ ਨਾ ਚੱਕਿਆ ਹੁੰਦਾ, ਸ਼ਾਇਦ ਪੂਰੇ ਇੰਡੀਆ ਦੇ ਵਿੱਚ ਐਮਰਜੈਂਸੀ ਦੇ ਖਿਲਾਫ ਸਿਰ ਹੀ ਨਾ ਉੱਠਦਾ। ਅਕਾਲੀ ਦਲ ਨੇ ਇੱਕ ਛੋਟੀ ਜਿਹੀ ਪਾਰਟੀ ਹੋਣ ਦੇ ਬਾਵਜੂਦ
ਮੁਲਕ ਦੇ ਵਿੱਚ ਪੰਜਾਬ ਦੀ 1.5% ਪੋਪੂਲੇਸ਼ਨ ਦੇ ਬਾਵਜੂਦ ਇੱਕ ਸਮੇਂ ਇੰਦਰਾ ਗਾਂਧੀ ਦੀਆਂ ਜੇਲ੍ਹਾਂ ਜਿਹੜੀਆਂ ਸੀਗੀਆਂ ਸਭ ਤੋਂ ਵੱਧ ਜੇ ਭਰੀਆਂ ਸੀ ਉਹ ਪੰਜਾਬੀਆਂ ਨੇ ਭਰੀਆਂ। ਅੰਤ ਦੇ ਵਿੱਚ ਜਦ ਐਂਡ ਹੋਇਆ ਉਦੋਂ ਦੇਵਰ ਵੈਰੀ ਕਲੋਜ਼ ਨੈਕਸਟ ਟੂ ਉਸ ਸਮੇਂ ਦੀ ਭਾਰਤੀ ਜੰਗ ਸੰਘ। ਹਾਂਜੀ, ਐਂਡ ਬੀਜੇਪੀ ਉਦੋਂ ਜਿਹੜੀਆਂ ਰੀਜਨਲ ਪਾਰਟੀ ਸੀ ਉਹਨਾਂ ਦੇ ਨਾਲ ਇਸ ਗੱਲ ਦੇ ਵਿੱਚ ਹਾਂ ਭਰਦੀ ਸੀ ਕਿ ਫੈਡਰਲ ਸਟਰਕਚਰ ਦੇ ਵਿੱਚ ਸੂਬਿਆਂ ਨੂੰ ਖੁਦ ਮੁਖਤਿਆਰੀ ਹੋਣੀ ਚਾਹੀਦੀ, ਸੂਬੇ ਤਕੜੇ ਹੋਣੇ ਚਾਹੀਦੇ ਨੇ। ਹਾਂਜੀ, ਪਰ ਜਦ ਦੀ ਬੀਜੇਪੀ ਪਾਵਰ ਚ ਆਈ ਹੈ ਉਦੋਂ ਦੀ ਇਹਨੇ ਵੀ ਉਹੀ ਪਾਲਿਸੀ ਜੋ ਕਾਂਗਰਸ ਵਰਤਦੀ ਸੀ ਉਹ ਵਰਤਣੀ ਸ਼ੁਰੂ ਕਰ ਲਈ ਤੇ ਅਕਾਲੀ ਦਲ ਆਪਣੀ ਪਾਲਿਸੀ ਜਿਹੜੀ ਟੈਸਟਡ ਪਾਲਿਸੀ ਸੀ, 올ਡ ਪਾਲਿਸੀ ਸੀ, ਉਹਨੂੰ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਦਾ ਰਿਹਾ ਕੋਲੀਸ਼ਨ ਧਰਮ ਨਿਭਾਉਣ ਲਈ। ਜਦ ਉਹ ਕੋਲੀਸ਼ਨ ਧਰਮ ਦੇ ਵਿੱਚੋਂ ਅਗਰੈਸਿਵਨੈਸ ਨਾਲ ਬੀਜੇਪੀ ਨੇ ਅਕਾਲੀ ਦਲ ਨੂੰ ਹਿਊਮਿਲੇਟ ਕੀਤਾ ਹੈ। ਅਲਟੀਮੇਟਲੀ ਜਦ ਫਾਰਮ ਬਿਲਸ ਦੇ ਵਿੱਚ ਅਕਾਲੀ ਦਲ ਦੀ ਸਲਾਹ ਮਸ਼ਵਰਾ ਨਹੀਂ ਮੰਨਿਆ ਤਾਂ ਅਕਾਲੀ ਦਲ ਅਲੱਗ ਹੋਇਆ ਤਾਂ ਅਕਾਲੀ ਦਲ ਨੈਚੁਰਲੀ ਜਿਹੜੀ ਅਕਾਲੀ ਦਲ ਦੀਆਂ ਪੁਰਾਣੀਆਂ ਪਾਲਿਸੀਜ਼ ਨੇ ਉਹਨੂੰ ਸਟਰੈਂਥਨ ਕਰੂਗਾ। ਐਂਡ ਹੁਣ ਅਕਾਲੀ ਦਲ ਉਹ ਡੈਫੀਨੇਟਲੀ ਆਪਣੀਆਂ ਸਾਰੀਆਂ ਪੁਰਾਣੀਆਂ ਟ੍ਰੈਡੀਸ਼ਨਲ ਪਾਲਿਸੀਜ਼ ਨੂੰ ਫੋਲੋ ਕਰੂਗਾ। ਐਂਡ ਉਹਦੇ ਲਈ ਅਕਾਲੀ ਦਲ ਅਗੇਨ ਸਟਾਰਟਡ ਪਲੇਇੰਗ ਅ ਲੀਡ ਰੋਲ ਇਨ ਯੂਨਾਈਟਿੰਗ ਦੀ ਰੀਜਨਲ ਪਾਰਟੀਜ਼। ਇੱਕ ਸਮੇਂ ਦੇ ਵਿੱਚ ਅਕਾਲੀ ਦਲ CPIM ਇੱਕ ਪਲੇਟਫਾਰਮ ਤੇ ਸੀ, ਦੈਨ ਲੋਕ ਦਲ ਉਸ ਟਾਈਮ ਦਾ ਇੱਕ ਪਲੇਟਫਾਰਮ ਤੇ ਸੀ, ਬੀਜੂ ਪਟਨਾਇਕ ਜੀ ਇੱਕ ਪਲੇਟਫਾਰਮ ਤੇ ਸੀ, ਕਰੁਣਾਨਿਧੀ ਇੱਕ ਪਲੇਟਫਾਰਮ ਤੇ ਸੀ, ਫਾਰੂਕ ਅਬਦੁੱਲਾ ਜੀ ਇੱਕ ਪਲੇਟਫਾਰਮ ਤੇ ਸੀ। ਉਸ ਸਮੇਂ ਦੀਆਂ ਜਿਹੜੀਆਂ ਰੀਜਨਲ ਪਾਰਟੀਜ਼ ਜਦ ਅਸੀਂ 97 ਦੇ ਵਿੱਚ ਬੀਜੇਪੀ ਨਾਲ ਅਲਾਈਅੰਸ ਬਣਾਇਆ ਉਸ ਤੋਂ ਪਹਿਲਾਂ ਜਿਹੜੀਆਂ ਸੀ ਉਹ ਹਰ ਫਾਰਮੇਸ਼ਨ ਦੇ ਵਿੱਚ ਜਿਹੜਾ ਥਰਡ ਫਰੰਟ ਬਣਦਾ ਸੀ ਅਕਾਲੀ ਦਲ ਉਹਦਾ ਇੰਟੈਗਰਲ ਪਾਰਟ ਹੁੰਦਾ ਐਂਡ ਲੀਡ ਰੋਲ। ਉਸੇ ਦੇ ਵਿੱਚ ਕੋਲੇਸ਼ਨ ਆਇਆ ਬੀਜੇਪੀ ਨਾਲ, ਜਿਹੜਾ ਬੀਜੇਪੀ ਦਾ ਵੀ ਕੋਲੇਸ਼ਨ ਆਇਆ ਹੈ। ਇਹ ਜਦ ਅਸੀਂ ਐਮਰਜੈਂਸੀ ਦੇ ਵਿੱਚ ਅਕਾਲੀ ਦਲ ਤੇ ਜੰਗ ਸੰਘ ਦੇ ਬੰਦੇ ਇਕੱਠੇ ਰਹੇ ਤਾਂ ਇਹਨਾਂ ਦੇ ਆਪਸ ਦੇ ਵਿੱਚ ਇਹਦੇ ਸ਼ੁਭੇ ਫੀਅਰ ਦੂਰ ਹੋਏ ਕਿ ਅਸੀਂ ਇੱਕ ਕੌਜ਼ ਲਈ ਰਲ ਕੇ ਵੀ ਲੜ ਸਕਦੇ ਐਂਡ ਉਹਦੇ ਬਾਅਦ 77 ਦੀ ਬਣੀ ਸਰਕਾਰ, 77 ਦੀ ਸਰਕਾਰ ਪੰਜਾਬ ਚ ਅਕਾਲੀ ਦਲ ਨੇ ਬਣਾਈ ਉਸੇ ਤੇ। ਫਿਰ ਉਹਦੇ ਬਾਅਦ ਭੰਗ ਕਰ ਦਿੱਤੀ ਸਰਕਾਰ ਅਕਾਲੀ ਦਲ ਦੀ ਕਾਂਗਰਸ ਨੇ 80 ਦੇ ਵਿੱਚ। ਫਿਰ ਉਹਦੇ ਵਿੱਚ ਅੱਤਵਾਦ ਨੇ ਘੇਰ ਲਿਆ ਪੰਜਾਬ ਚ, ਪੰਜਾਬ ਨੂੰ ਰਿਲੀਜੀਅਸ ਲਾਈਨ ਤੇ ਵੰਡਣ ਦੀ ਕੋਸ਼ਿਸ਼ ਕੀਤੀ ਗਈ, ਉਹਦੇ ਬਾਵਜੂਦ ਵੰਡੇ ਨਹੀਂ ਗਏ। ਉਹਦੀ ਵੀ ਵਜ੍ਹਾ ਇਹੀ ਸੀ ਕਿ ਐਮਰਜੈਂਸੀ ਚ ਇਕੱਠੇ ਰਹੇ ਸੀ। ਸੋ ਉਹ ਜਿਹੜੀ ਐਮਰਜੈਂਸੀ ਵਾਲੀ ਸਾਂਝ ਸੀ ਉਹ ਸਾਂਝ 97 ਦੇ ਗਠਨ ਚ ਬਣੀ, ਜਿਹੜਾ ਅਸੀਂ ਅਲਾਈਅੰਸ ਬਣਾਇਆ, NDA ਬਣਾਇਆ। ਐਂਡ ਉਹ ਅਲਾਈਅੰਸ ਦੇ ਵਿੱਚ ਜਿਹੜੀਆਂ ਹੁਣ ਦਰਾੜਾਂ, ਜਦ ਤੱਕ ਤਾਂ ਅਟਲ ਬਿਹਾਰੀ ਵਾਜਪਾਈ ਜੀ ਤੇ ਅਡਵਾਨੀ ਸਾਹਿਬ ਉਹ ਬੜੇ ਲਿਬਰਲ ਮਾਈਂਡ ਦੇ ਸੀ, ਉਹਨਾਂ ਨੇ ਰੀਜਨਲ ਪਾਰਟੀਜ਼ ਨੂੰ ਬੜੀ ਰਿਸਪੈਕਟ ਦਿੱਤੀ ਸੀ, ਚਾਹੇ ਉਹਦੇ ਵਿੱਚ ਸ਼ਿਵ ਸੈਨਾ ਦੇ ਹੈਡ ਹੁਣ ਬਾਲ ਠਾਕਰੇ ਜੀ ਹੋਣ, ਚਾਹੇ ਚੌਧਰੀ ਦੇਵੀ ਲਾਲ ਵੀ ਹੋਣ, ਇੱਕ ਸਮੇਂ ਉਹ ਵੀ ਸੀਗੇ, ਫਿਰ ਉਹਨਾਂ ਤੋਂ ਵੀ ਅਲੱਗ ਹੋਏ। ਫਿਰ ਪ੍ਰਕਾਸ਼ ਸਿੰਘ ਬਾਦਲ ਨੂੰ ਬੜੀ ਬefitting ਰਿਸਪੈਕਟ ਮਿਲਦੀ ਸੀ। ਪਰ ਜਦ ਇਹ ਮੋਦੀ ਅਮਿਤ ਸ਼ਾਹ ਦਾ ਜੁਗਲਨੌਟ ਸ਼ੁਰੂ ਹੋਇਆ ਇਹਨਾਂ ਨੇ ਸਾਰਿਆਂ ਨੂੰ ਸਕੁਈਜ਼ ਕਰਨਾ ਸ਼ੁਰੂ ਕਰ ਦਿੱਤਾ। ਦੇਖੋ ਕੋਈ ਇਮੈਜਿਨ ਨਹੀਂ ਸੀ ਕਰ ਸਕਦਾ ਕਿ ਸ਼ਿਵ ਸੈਨਾ ਦਾ ਸਾਥ ਟੁੱਟ ਜਾਊਗਾ, ਕੋਈ ਇਮੈਜਿਨ ਇਹ ਵੀ ਨਹੀਂ ਸੀ ਕਰ ਸਕਦਾ ਕਿ ਅਕਾਲੀ ਦਲ ਦਾ ਟੁੱਟ ਜੂ, ਕਿਉਂਕਿ ਅਕਾਲੀ ਦਲ ਨੇ ਕਦੇ ਵੀ ਆਬਸਟੈਕਲ ਕ੍ਰੀਏਟ ਨਹੀਂ ਕੀਤਾ, ਕਦੇ ਵੀ ਐਮਬੈਰਸਿੰਗ ਸਿਚੁਏਸ਼ਨ ਆਪਣੇ ਜਿਵੇਂ ਇਹਨਾਂ ਦਾ ਬੜਾ ਅੱਛਾ ਗੁੱਡ ਬॉय ਸੀ ਉਹਨੂੰ ਇਹਨਾਂ ਨੇ ਰਿਸਪੈਕਟ ਨਹੀਂ ਦਿੱਤੀ। ਆਕੀ ਫਾਰਮ ਬਿਲਸ ਤੇ ਦੇ ਪਲੇਡ ਸੱਚ ਅ ਹੈਵੀ ਪ੍ਰਾਈਸ। ਤੁਹਾਡਾ ਟਰਾਈਡ ਐਂਡ ਟੈਸਟਡ ਅਲਾਈ ਛੱਡ ਦਿੱਤਾ ਤੁਸੀਂ, ਜਿਹਨੇ ਕਦੇ ਤੁਹਾਨੂੰ ਪ੍ਰੋਬਲਮ ਨਹੀਂ ਸੀ ਕ੍ਰੀਏਟ ਕੀਤੀ। You pushed them to a corner, they had no option but to leave you। ਤੁਸੀਂ ਫੇਰ ਵੀ ਉਹਨਾਂ ਦੇ ਉਲਟ ਬੋਲਣਾ ਸ਼ੁਰੂ ਕਰਤਾ, ਫੇਰ ਨਹੀਂ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਪੈਸੀਫਾਈ ਕਰੀਏ, ਨਾਲ ਰੱਖੀਏ। ਜੇ ਅਕਾਲੀ ਦਲ ਦੀ ਉਸ ਟਾਈਮ ਗੱਲ ਮੰਨ ਲੈਂਦੇ ਆ ਦਿਨ ਨਾ ਦੇਖਣੇ ਪੈਂਦੇ ਜਿਹੜੇ ਅੱਜ ਦੇਖ ਰਹੇ ਆ। ਇੱਕ ਬਹੁਤ ਤਕੜਾ ਨੈਰੇਟਿਵ ਬੀਜੇਪੀ ਦੇ ਅਗੇਂਸਟ ਬਣਿਆ ਨੈਸ਼ਨਲ ਲੈਵਲ ਤੇ ਫਾਰਮ ਬਿਲਸ ਨੂੰ ਲੈ ਕੇ। ਇਹਦੇ ਵਿੱਚ ਹੈ ਕੀ ਨਾ ਹੈ ਡਿਬੇਟੇਬਲ, ਉਹਨੂੰ ਛੱਡੀਏ ਪਾਸੇ, ਬਟ ਜਿਹੜੀ ਨੈਰੇਟਿਵ ਬਣ ਗਿਆ, ਨੈਰੇਟਿਵ ਇਜ਼ ਵੈਰੀ ਸਟਰੋਂਗ ਨੈਰੇਟਿਵ, ਆਲ ਸੈਕਸ਼ਨਸ ਆਫ ਸੋਸਾਇਟੀ। ਇਹਦੇ ਵਿੱਚ ਪੋਜ਼ਿਟਿਵ ਵੀ ਇੱਕ ਲੈਣਾ ਪਊਗਾ ਤੁਹਾਨੂੰ। ਪੋਜ਼ਿਟਿਵ ਇਹ ਹੈ ਕਿ ਜਿਹੜਾ ਵੰਡੀਆਂ ਦੀ ਗੱਲ ਕਰਦੇ ਸੀ, ਜਿਹੜਾ ਅਟੈਕ ਕੀਤਾ ਕਹਿ ਕੇ ਜੀ ਖਾਲਿਸਤਾਨੀ ਹੈ, ਉਹ ਪੀਪਲ ਹੈਵ ਨਾਟ ਲਾਈਕਡ ਇਟ, ਉਹਨੇ ਰਿਜੈਕਟ ਕੀਤਾ। ਉਹ ਰਾਜਸਥਾਨ ਦੇ ਫਾਰਮਰਸ, ਯੂਪੀ ਦੇ ਫਾਰਮਰ, ਹਰਿਆਣਾ ਦੇ ਫਾਰਮਰ, ਉਹਨਾਂ ਨੂੰ ਨਾਰਾਜ਼ਗੀ ਦੇ ਨਾਲ ਇਹਨੂੰ ਰਿਬਟ ਕੀਤਾ। ਵਟ ਯੂ ਮੀਨ ਬਾਈ ਖਾਲਿਸਤਾਨ? ਉਹ ਕਹਿੰਦੇ ਜੇ ਸਾਡੇ ਪੰਜਾਬ ਦੇ ਕਿਸਾਨ ਸਿੱਖ ਭਰਾ ਖਾਲਿਸਤਾਨੀ, ਫਿਰ ਅਸੀਂ ਵੀ ਖਾਲਿਸਤਾਨੀ। ਹਰ ਚੀਜ਼ ਨੂੰ ਇਹ ਐਕਸਟ੍ਰੀਮ ਨੈਸ਼ਨਲਿਜ਼ਮ ਦੀ ਆਵਾਜ਼ ਦੇ ਕੇ ਕ੍ਰਸ਼ ਕਰਨਾ ਪੋਸੀਬਲ ਨਹੀਂ ਹੋਊਗਾ ਬੀਜੇਪੀ ਨੂੰ। ਬੀਜੇਪੀ ਨੂੰ ਇਹ ਆਪਣੇ ਟੈਕਟਿਕਸ ਬਦਲਨੇ ਪੈਣਗੇ। ਹਰੇਕ ਤੇ ਅਟੈਕ ਕਰ ਦੋ ਕਿ ਜੀ ਐਂਟੀ ਨੈਸ਼ਨਲ ਹੈ। ਵਟ ਇਜ਼ ਐਂਟੀ ਨੈਸ਼ਨਲ?
ਬੰਦਾ ਆਪਣਾ ਹੱਕ ਮੰਗਦਾ, ਰਾਈਟ ਹੈ ਰੋਂਗ ਹੈ, ਯੂ ਕਨਵਿੰਸ them logically, ਬਟ ਹਰ ਲਾਉਂਦੀ ਸੀ ਬੀਜੇਪੀ ਜਦੋਂ ਸੀਏ ਦੇ ਡੈਮੋਨਸਟ੍ਰੇਸ਼ਨ ਸੀ ਸ਼ਹੀਨ ਬਾਗ ਵਿੱਚ, ਉਹਨਾਂ ਨੂੰ ਵੀ ਇਹ ਕਹਿੰਦੀ ਸੀ ਪਾਕਿਸਤਾਨ ਗਲਤ ਹੈ ਉਹ ਕੰਮ। ਹਾਊ ਕੈਨ ਯੂ ਸੇ ਕਿ ਜੇ ਇੱਕ ਡੈਮੋਨਸਟ੍ਰੇਸ਼ਨ ਦੇ ਵਿੱਚ ਇੱਕ ਵਰਗ ਹੈ, ਤੁਸੀਂ ਉਹਨੂੰ ਕ੍ਰਿਟਿਸਾਈਜ਼ ਕਰ ਲਓ, ਐਂਟੀ ਨੈਸ਼ਨਲ ਹੋ ਗਏ, ਉਹਨਾਂ ਦਾ ਹੱਕ ਨਹੀਂ ਇਸ ਮੁਲਕ ਦੇ ਵਿੱਚ ਕੰਟੈਸਟ ਕਰਨ ਦਾ, ਪ੍ਰੋਟੈਸਟ ਕਰਨ ਦਾ, ਸੜਕਾਂ ਤੇ ਬੈਠਣ ਦਾ ਹੱਕ ਹੈ ਉਹਨਾਂ ਦਾ। ਮੁਸਲਮਾਨ ਸਾਡੇ ਇੰਟੈਗਰਲ ਹਿੱਸਾ ਹੈ ਹਿੰਦੁਸਤਾਨ ਦੇ, ਹਾਊ ਕੈਨ ਯੂ ਇਗਨੋਰ them? ਹਾਂਜੀ ਯਸ। ਸੋ ਇੱਕ ਦੋ ਗੱਲਾਂ ਇਹਦੇ ਵਿੱਚ, ਹਾਂ ਕਰ ਲਓ ਪੂਰੀ ਗੱਲ। ਹਾਂਜੀ, ਸੋ ਬੀਜੇਪੀ ਨੂੰ ਵੀ ਜਿਹੜਾ ਸਟਾਂਸ ਹੈ ਨਾ ਹਰ ਗੱਲ ਤੇ ਐਂਟੀ ਨੈਸ਼ਨਲ ਹੈ ਫਲਾਨਾ, ਇਹ ਚੱਲਣਾ ਨਹੀਂ ਹੈ ਤੁਹਾਡਾ ਬਹੁਤੀ ਦੇਰ, ਇਹਨਾਂ ਨੂੰ ਚੇਂਜ ਕਰਨਾ ਪੈਣਾ। ਐਂਡ ਅਸੀਂ ਸਹੀ ਕਹਿੰਦੇ ਸੀ ਆਪਾਂ ਸਾਰੇ ਉਦੋਂ, ਤੁਸੀਂ ਵੀ ਡਿਸਕਸ ਕਰਦੇ ਸੀ ਕਿ ਇਹਨਾਂ ਨੂੰ ਫਾਰਮਰਸ ਨਾਲ ਬਹੁਤ ਪਹਿਲਾਂ ਗੱਲ ਕਰ ਲੈਣੀ ਚਾਹੀਦੀ ਸੀ। ਕਿਉਂ ਉਹਨਾਂ ਨੂੰ ਮਜਬੂਰ ਕੀਤਾ ਰੇਲ ਗੱਡੀਆਂ ਤੇ ਟਰੈਕਸ ਤੇ ਬੈਠਣ, ਕਿਉਂ ਮਜਬੂਰ ਕੀਤਾ ਉਹ ਪੰਜਾਬ ਦੀਆਂ ਸੜਕਾਂ ਤੇ ਬੈਠਣ, ਕਿਉਂ ਮਜਬੂਰ ਕੀਤਾ ਦਿੱਲੀ ਨੂੰ ਕੂਚ ਕਰਨ, ਕਿਉਂ ਮਜਬੂਰ ਕੀਤਾ ਉਹ ਬੈਰੀਕੇਡ ਤੋੜਨ, ਕਿਉਂ ਮਜਬੂਰ ਕੀਤਾ ਉਹ ਨਾ ਕਿ ਠੰਡ ਦੇ ਵਿੱਚ ਸੜਕਾਂ ਤੇ ਬੈਠਣ? ਇਹ ਮਜਬੂਰ ਕੀਤਾ ਨਾ ਉਹਨਾਂ ਨੂੰ। ਮੈਂ ਇੱਕ ਦੋ ਗੱਲਾਂ ਹੋਰ ਪੁੱਛਣਾ ਚਾਹੁੰਦਾ, ਜਿਵੇਂ ਜੇ ਇਹਨਾਂ ਨੂੰ ਪਤਾ ਲੱਗੇ ਅਕਾਲੀ ਦਲ ਸਾਡੇ ਤੋਂ ਬਿਲਕੁਲ ਹੀ ਐਂਟੀ ਜਿਹੜਾ ਜਾ ਰਿਹਾ ਹੈਗਾ ਜਾਂ ਸ਼ੁਰੂਆਤ ਹੋ ਗਈ ਆ, ਇਹ ਫਿਰ ਵਿਕਰਮ ਮਜੀਠੀਆ ਹੈਗਾ ਜਾਂ ਹੋਰ ਹੈਗੇ ਈਡੀ ਦੇ ਕੇਸਿਸ ਜਾਂ ਹੋਰ ਇੱਦਾਂ ਦੀ ਕੋਈ ਉਹਨਾਂ ਨੂੰ ਰਿਵਾਈਵ ਕਰ ਸਕਦੇ ਹੈਗੇ ਪ੍ਰੈਸ਼ਰ ਪਾਉਣੇ ਲਈ, ਸਮਥਿੰਗ ਲਾਈਕ ਦੈਟ? ਇਹ ਵੀ ਪੰਜਾਬ ਦੇ ਲੋਕਾਂ ਦਾ ਖਦਸ਼ਾ ਹੈਗਾ, ਜਿਵੇਂ ਕੈਪਟਨ ਅਮਰਿੰਦਰ ਦੇ ਜਿਹੜੇ ਬੇਟੇ ਦੇ ਕੇਸ ਰਿਵਾਈਵ ਕੀਤੇ ਹੈਗੇ। ਹਾਈਪੋਥੈਟੀਕਲ ਗੱਲਾਂ ਜੀ, ਇਹਦੀ ਜਦ ਕਰਨਗੇ ਦੇਖਾਂਗੇ, ਬਟ ਇਹ ਵੀ ਇੱਕ ਪਰਸੈਪਸ਼ਨ ਬਣਦਾ ਜਾ ਰਿਹਾ ਹੈ ਸੋਸਾਇਟੀ ਦੇ ਵਿੱਚ ਕਿ ਜਿਹੜੀ ਰੂਲਿੰਗ ਕਲਾਸ ਹੈ ਉਹ ਗਵਰਨਮੈਂਟ ਏਜੰਸੀਜ਼ ਨੂੰ, ਗਵਰਨਮੈਂਟ ਆਰਗਨਸ ਨੂੰ ਮਿਸਯੂਜ਼ ਕਰਦੇ ਆ ਓਪੋਜੀਸ਼ਨ ਨੂੰ ਸਪਰੈਸ ਕਰਨ ਲਈ, ਚਾਹੇ ਉਹ ਈਡੀ ਹੈ, ਚਾਹੇ ਇਨਕਮ ਟੈਕਸ ਹੈ, ਚਾਹੇ ਐਨਐਸਏ ਲਗਾ ਲਓ, ਚਾਹੇ ਕੁਛ ਹੋਰ ਲਗਾ ਲਓ, ਮਤਲਬ ਤੰਗ ਕਰਦੇ ਆ। ਇਹ ਇੰਪ੍ਰੈਸ਼ਨ ਮਾੜਾ ਇੰਪ੍ਰੈਸ਼ਨ ਹੈ, ਇਹ ਵੀ ਮੁਲਕ ਦੇ ਭਵਿੱਖ ਲਈ ਚੰਗਾ ਨਹੀਂ। ਸੰਸਥਾਵਾਂ ਨੂੰ ਨਰਸ ਕਰਨਾ ਚਾਹੀਦਾ, ਸੰਸਥਾਵਾਂ 'ਚ ਲੋਕਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ, ਸੰਸਥਾਵਾਂ ਮਜ਼ਬੂਤ ਤੇ ਦ੍ਰਿੜ ਹੋਣੀਆਂ ਚਾਹੀਦੀਆਂ, ਸੰਸਥਾਵਾਂ ਤੇ ਕਿਸੇ ਚੀਜ਼ ਦਾ ਇਨਫਲੂਐਂਸ ਨਹੀਂ ਹੋਣਾ ਚਾਹੀਦਾ, ਤਾਂ ਮੁਲਕ ਤਕੜਾ ਹੋਊਗਾ। ਜੇ ਅਸੀਂ ਮੰਨ ਲਓ ਆਪਣੀ ਮਿਲਟਰੀ ਨੂੰ ਵੀ ਇਨਫਲੂਐਂਸ ਕਰਨ ਲੱਗ ਜਾਈਏ, ਅਸੀਂ ਆਈਏਐਸ ਨੂੰ ਵੀ, ਆਈਪੀਐਸ ਨੂੰ ਵੀ, ਈਡੀ ਨੂੰ ਵੀ, ਰੇਲਵੇਜ਼ ਨੂੰ ਵੀ, ਫਿਰ ਕੀ ਮੁਲਕ ਦਾ ਬਚੂਗਾ ਕੀ? ਜੇ ਸੰਸਥਾਵਾਂ ਹੀ ਮਾਰ ਲਓਗੇ ਆਪਣੀਆਂ, ਤੁਹਾਡੇ ਪਾਵੇ ਆ ਜਿਹੜੇ ਤੁਹਾਡੇ ਸਮਾਜ ਦੇ, ਜੇ ਪਾਵੇ ਹੀ ਵੱਢ ਦਿਓਗੇ ਫਿਰ ਬਚੂਗਾ ਕੀ? ਸਭ ਪਾਵਿਆਂ ਨੂੰ ਮਜ਼ਬੂਤ ਕਰਨਾ। ਚਲੋ ਇਹ ਮੇਰੇ ਖਿਆਲ ਕਿਸਾਨਾਂ ਦੀ ਐਜੀਟੇਸ਼ਨ ਜਿਹੜੀ ਦਿੱਲੀ ਪਹੁੰਚੇ ਹੈ, ਇਹ ਥੋੜਾ ਜਿਹਾ ਬੀਜੇਪੀ ਨੂੰ ਵੀ ਆਪਣੀਆਂ ਪਾਲਿਸੀਜ਼ ਰੀਥਿੰਕ ਕਰਨ ਲਈ ਮਜਬੂਰ ਕਰੇਗੀ। ਕਿੱਥੇ ਕਿੱਥੇ ਇਹਨਾਂ ਦੀਆਂ ਪਾਲਿਸੀਜ਼ ਵਿੱਚ, ਨੈਸ਼ਨਲ ਪਾਲਿਸੀਜ਼, ਰੀਜਨਲ ਪਾਲਿਸੀਜ਼ ਵਿੱਚ ਕਮੀ ਰਹੀ ਹੈਗੀ ਆ। ਇਹਦੇ ਨਾਲ ਇਹ ਜਿਹੜੇ ਪੰਜਾਬ ਬੀਜੇਪੀ ਵਾਲੇ ਕਹਿੰਦੇ ਸੀ ਵੀ ਅਸੀਂ 117 ਸੀਟਾਂ ਤੇ ਲੜਾਂਗੇ, ਮੰਨ ਲਓ ਇਹ ਐਜੀਟੇਸ਼ਨ ਖਤਮ ਵੀ ਹੋ ਜਾਂਦੀ ਪੰਜਾਬ ਵਿੱਚ, ਤਾਂ ਬੀਜੇਪੀ ਦਾ ਪੋਲੀਟੀਕਲ ਫਿਊਚਰ ਤਾਂ ਲਗਭਗ ਖਤਮ ਹੀ ਆ। ਪੰਜਾਬ ਵਿੱਚ ਕੀ ਇਹਨਾਂ ਦਾ ਫਿਊਚਰ ਕੀ ਹੋਏਗਾ ਤੇ ਨੈਸ਼ਨਲ ਲੈਵਲ ਤੇ ਕੀ ਹੋਏਗਾ ਅਗਲੇ 4-5 ਸਾਲ 'ਚ? ਦੇਖੋ ਜੀ, ਪੰਜਾਬ ਦੀ ਬੀਜੇਪੀ ਨੂੰ ਤਾਂ ਬਹੁਤ ਢਾਹ ਲੱਗੀ ਹੈ, ਇਹ ਕੋਈ ਡਾਊਟ ਨਹੀਂ ਹੈ। ਐਂਡ ਬੀਜੇਪੀ ਜਿਹੜੀ ਮਤਲਬ ਪੋਲੀਟੀਕਲੀ ਬਿਲਕੁਲ ਖਤਮ ਹੀ ਹੋ ਜਾਏਗੀ ਲਗਭਗ। ਖਤਮ ਤਾਂ ਨਹੀਂ ਹੁੰਦੀਆਂ ਪੋਲੀਟੀਕਲ ਪਾਰਟੀਜ਼, ਪਰ ਡੈਫੀਨੇਟਲੀ ਡੈਮੇਜ ਹੋਏ। ਐਂਡ ਜੇ ਬੀਜੇਪੀ ਦਾ ਹੋਰ ਪਲਾਨ ਸੀ, ਬੀ ਪਲਾਨ, ਉਹ ਬੀ ਪਲਾਨ ਵੀ ਕੰਮ ਨਹੀਂ ਕਰਨਾ। ਨਾ ਟਕਸਾਲੀ ਨਾ ਢੀਂਡਸਾ ਸਾਹਿਬ ਬੀਜੇਪੀ ਨਾਲ ਹੁਣ ਜੁਆਇਨ ਹੈਂਡ ਨਹੀਂ ਕਰਨਗੇ। ਜਿਹੜੇ ਉਹ ਜਿਸ ਢੰਗ ਦੇ ਨਾਲ ਪੁੱਟ ਅਪ ਹੋਏ ਸੀ, ਉਹ ਸ਼ਾਇਦ ਸਕਸੀਡ ਨਾ ਹੋਵੇ ਜੇ ਐਂਬੀਸ਼ਨ ਰੱਖ ਰੂਟ ਡਿਵਰਟ ਕਰਨਾ ਪਏਗਾ। ਮਤਲਬ ਹਾਂ, ਜੇ ਇਹੋ ਜਿਹੀ ਐਂਬੀਸ਼ਨ ਹੋਵੇ, ਜੇ ਇਹੋ ਜਿਹੀ ਗੱਲ ਇਹਦੇ ਵਿੱਚ ਕੋਈ ਸੱਚਾਈ ਹੋਵੇ, ਫਿਰ ਉਹ ਵੀ ਕਾਮਯਾਬ ਨਹੀਂ ਹੋਊਗੀ। ਤੇ ਨੈਸ਼ਨਲ ਲੈਵਲ ਤੇ ਵੀ ਹਲੇ ਜੇ ਵਾਈਂਡ ਅਪ ਨਹੀਂ ਨਾ ਕਰਦੇ ਇਹਨੂੰ ਨਾਈਸਲੀ ਐਜੀਟੇਸ਼ਨ ਨੂੰ ਬੀਜੇਪੀ, ਫਿਰ ਨੈਸ਼ਨਲ ਲੈਵਲ ਤੇ ਵੀ ਇਹਨਾਂ ਨੂੰ ਰਿਵਰਸਲਸ ਹੋ ਸਕਦੇ ਆ, ਬਹੁਤ ਵੱਡੇ ਰਿਵਰਸਲ ਹੋਣਗੇ। ਇਹ ਜਿਹੜਾ ਕਹਿੰਦੇ ਸੀ ਨਾ ਸਿਰਫ ਪੰਜਾਬ, ਇਹਨਾਂ ਨੂੰ ਭੁਲੇਖਾ ਹੈ। ਇਹ ਪੈਨ ਇੰਡੀਆ ਮੂਵਮੈਂਟ ਬਣਦੀ ਜਾ ਰਹੀ ਹੈ, ਇਹਦੀਆਂ ਵਾਈਬ੍ਰੇਸ਼ਨਸ ਪਹੁੰਚ ਗਈਆਂ ਪੂਰੀ ਇੰਡੀਆ ਦੇ ਵਿੱਚ। ਉੜੀਸਾ ਦਾ ਕਿਸਾਨ ਵੀ ਬਾਹਰ ਨਿਕਲਿਆ, ਤਾਮਿਲਨਾਡੂ ਦਾ ਕਿਸਾਨ ਵੀ ਬਾਹਰ ਨਿਕਲਿਆ। ਕਿਸਾਨ ਠੀਕ ਹੈ, ਯੂਪੀ ਬਿਹਾਰ ਦੇ ਵਿੱਚ ਹਲੇ ਇੰਨਾ ਨਹੀਂ ਆਇਆ, ਪਰ ਬੋਲਣ ਲੱਗ ਗਏ ਆ, ਓਪਨ ਆ ਗਏ ਆ ਕਿ ਦਿੱਲੀ ਬਾਰਡਰ ਤੇ ਪਹੁੰਚੇ ਆ। ਹਾਂ, ਟਕੈਤ ਸਾਹਿਬ ਦਾ ਬੇਟਾ ਹੈ, ਉਹ ਬੜਾ ਵੱਡਾ ਫਾਰਮ ਲੀਡਰ ਆ, ਛੋਟਾ ਲੀਡਰ ਨਹੀਂ ਹੈ। ਬੜੀ ਉਹਦੀ ਜਿਹੜੀ ਫਾਰਮ ਜਿਹੜੀ ਯੂਨੀਅਨਸ ਦੀ ਕੈਨਵਸ ਤੇ ਉਹਦਾ ਬਹੁਤ ਵੱਡਾ ਨਾਮ ਹੈ, ਉਹਨੂੰ ਇਗਨੋਰ ਨਹੀਂ ਕਰ ਸਕਦੇ। ਉਹ ਵੀ ਖੁੱਲ ਕੇ ਆਏ ਆ, ਬਾਹਰ ਬੋਲੇ ਆ। ਸੋ ਇੰਨਾ ਬੀਜੇਪੀ ਚਲੋ ਠੀਕ ਹੈ, ਬਰੇਵ ਫੇਸ ਦਿਖਾਉਣ ਨੂੰ ਕਹਿ ਦਿੰਦੇ ਨਹੀਂ ਹੈ, ਪਰ ਬੀਜੇਪੀ ਨੂੰ ਵੀ ਅੰਦਰ ਅੰਦਰ ਹੀ ਖਬਰ ਹੋ ਗਈ ਹੈ ਕਿ ਸਿਚੁਏਸ਼ਨ ਮਾੜੀ ਹੈ, ਹੱਥੋਂ ਨਿਕਲਦੀ ਜਾਂਦੀ। ਹਾਂਜੀ,
ਚਲੋ ਅਖੀਰ ਵਿੱਚ ਇੱਕ ਪੰਜਾਬ ਦੀ ਆਖਰੀ ਗੱਲ ਕਰਨੀ ਹੈਗੀ ਆ। ਦੇਖੋ ਬੀਜੇਪੀ ਤਾਂ ਹੁਣ ਪੋਲੀਟੀਕਲੀ ਪੰਜਾਬ ਵਿੱਚ ਬਹੁਤਾ ਵਧੀਆ ਪ੍ਰੋਸਪੈਕਟਸ ਨਹੀਂ। ਹੁਣ ਇਹੋ ਹੀ ਟ੍ਰੈਡੀਸ਼ਨਲ ਪਾਰਟੀਆਂ, ਅਕਾਲੀ ਦਲ ਆ, ਕਾਂਗਰਸ ਆ, ਤਾਂ ਆਪ ਵੀ ਥੋੜ੍ਹਾ ਜਿਹਾ ਸਟਰਗਲ ਕਰ ਰਹੀ। ਕਿੱਦਾਂ ਦੀ ਤੁਸੀਂ 1 ਸਾਲ ਬਾਅਦ ਦੇਖਦੇ ਹੋ? ਕਾਂਗਰਸ ਦੀ ਐਂਟੀ ਇਨਕੰਬੈਂਸੀ ਬਹੁਤ ਹੈਗੀ ਆ, ਅਕਾਲੀ ਦਲ ਦੀਆਂ ਵੀ ਵਿੱਚ ਆਪਣੀਆਂ ਪ੍ਰੋਬਲਮ ਅਜੇ ਸੌਟ ਆਊਟ ਨਹੀਂ ਹੋਈਆਂ। ਕੀ ਲੱਗਦਾ ਹੈਗਾ ਸਾਨੂੰ ਅਗਲੀ ਕਿਹੜੀ ਪਾਰਟੀ ਅਪਰ ਹੈਂਡ ਲੱਗਦਾ ਤੁਹਾਨੂੰ? No one can be wise enough to comment. ਠੀਕ ਹੈ ਜੀ, ਠੀਕ ਹੈ। ਤੇ ਇੱਕ ਆਖਰੀ ਗੱਲ, ਇਹ ਤੁਸੀਂ ਜਾਂਦੇ ਜਾਂਦੇ ਪੰਜਾਬ ਦੇ ਜਿਹੜੇ ਕਿਸਾਨ ਲੀਡਰ ਆ ਜਾਂ ਸਾਡੇ ਜਿਹੜੇ ਹੋਰ ਆਰਗੇਨਾਈਜੇਸ਼ਨ ਆ, ਇਹ ਮੋਦੀ ਸਰਕਾਰ ਨੂੰ ਵੀ ਅਪੀਲ ਕਰਦੇ ਹੋ, ਇਹ ਮਸਲਾ ਬਹੁਤ ਜ਼ਰੂਰ ਤੋਂ ਜ਼ਿਆਦਾ ਗੁੰਝਲਦਾਰ ਹੋ ਗਿਆ, ਧਾਗੇ ਬੁਰੀ ਤਰ੍ਹਾਂ ਫਸ ਗਏ। ਇਹਨਾਂ ਨੂੰ ਕਿਸੇ ਤਰੀਕੇ ਨਾਲ ਸੋਲਵ ਕਰਕੇ ਲੈਟ ਪੀਸ ਪ੍ਰਵੇਲ ਇਨ ਦਾ ਸਟੇਟ ਐਂਡ ਇਨ ਦਾ ਕੰਟਰੀ। ਮੈਂ ਤਾਂ ਫਾਰਮ ਯੂਨੀਅਨਸ ਨੂੰ ਕਹੂੰਗਾ ਮੁਬਾਰਕਬਾਦ, ਤੁਸੀਂ ਕਾਮਯਾਬ ਹੋ ਚੁੱਕੇ ਹੋ। ਹੁਣ ਇਹਨੂੰ ਵਾਈਂਡ ਅਪ ਕਰਨ ਦੇ ਵਿੱਚ ਵੀ ਕਾਮਯਾਬੀ ਰੱਖੋ। ਹੁਣ ਇਹਨੂੰ ਵਾਈਂਡ ਅਪ ਕਰੋ, ਸੁਚਾਰੂ ਢੰਗ ਦੇ ਨਾਲ ਕਰੋ, ਐਂਡ ਬਹੁਤ ਸੰਜੀਦਗੀ ਦੇ ਨਾਲ ਕਰੋ, ਬੜੀ ਮੈਚੁਰਿਟੀ ਦੇ ਨਾਲ ਕਰੋ, ਜਿਸ ਮੈਚੁਰਿਟੀ ਦੇ ਨਾਲ ਤੁਸੀਂ ਅੱਜ ਤੱਕ ਇਹ ਐਜੀਟੇਸ਼ਨ ਲੀਡ ਕੀਤੀ ਹੈ। ਇਸ ਕਿਉਂਕਿ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਇੱਥੇ ਬੜੇ ਪੈਨੀਟ੍ਰੇਟ ਕਰਨ ਨੂੰ ਫਿਰਦੇ ਸੀ, ਐਕਸਟ੍ਰੀਮ ਰਾਈਟ, ਐਕਸਟ੍ਰੀਮ ਲੈਫਟ, ਬਟ ਕਿਸਾਨ ਲੀਡਰਸ਼ਿਪ ਨੇ ਮੈਚੁਰਿਟੀ ਦਿਖਾਈ ਹੈ। ਅਸੀਂ ਬਚੇ ਹਾਂ ਉਸ ਗੱਲ ਤੋਂ। ਹੁਣ ਇਹਦੇ ਤੋਂ ਬਚੇ ਹੋ ਤਾਂ ਹੁਣ ਇਹਨੂੰ ਵਾਈਂਡ ਅਪ ਕਰੋ ਇਹੋ ਜਿਹੇ ਢੰਗ ਨਾਲ ਕਿ ਪੂਰਾ ਪੰਜਾਬ ਮੁੜ ਕੇ ਫੇਰ ਖੁਸ਼ਹਾਲੀ ਵੱਲ ਜਾਵੇ। ਬਹੁਤ ਅੱਛਾ ਟਾਂਡਾ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਬਹੁਤ ਅੱਛੀਆਂ ਲੌਜੀਕਲ ਗੱਲਾਂ ਕੀਤੀਆਂ। ਮੈਨੂੰ ਲੱਗਦਾ ਜੇ ਕੋਈ ਸਰਕਾਰੀ ਰਿਪਰੈਜ਼ੈਂਟੇਟਿਵ ਦੇਖ ਰਿਹਾ, ਉਹਨੂੰ ਵੀ ਇਹਦੇ ਤੇ ਅਸਰ ਕਰਨਾ ਚਾਹੀਦਾ। ਪੰਜਾਬ ਦੇ ਕਿਸਾਨ ਜਾਂ ਪੰਜਾਬ ਦੇ ਲੋਕ ਦੇਖ ਰਹੇ ਹੈਗੇ, ਉਹਨਾਂ ਨੂੰ ਵੀ ਅਸਰ ਕਰਨਾ ਚਾਹੀਦਾ। ਸ਼ਾਂਤੀ ਹੋਵੇ, ਇਕਨੋਮਿਕ ਸਥਿਰਤਾ ਹੋਵੇ, ਗਵਰਨਮੈਂਟ ਆਫ ਇੰਡੀਆ ਨੇ ਵੀ ਤਰੱਕੀ ਕਰਨੀ, ਕਿਸਾਨਾਂ ਨੇ ਵੀ ਕਰਨੀ। ਇਹ ਇੱਕ ਕੋਵਿਡ ਤੋਂ ਬਹੁਤ ਵੱਡਾ ਇੱਕ ਅਗਲੇ ਹਮਲੇ ਦੀ ਜ਼ਰੂਰਤ ਹੈਗੀ। ਤੁਸੀਂ ਟਾਂਡਾ ਸਾਹਿਬ ਸਾਡੇ ਨਾਲ ਜੁੜੇ ਆਨਲਾਈਨ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਥੈਂਕ ਯੂ ਵੈਰੀ ਮਚ ਸਰ। ਥੈਂਕ ਯੂ। ਥੈਂਕ ਯੂ ਸਰ। ਥੈਂਕ ਯੂ।